ਮੈਂ ਅੱਜ ਦਾ ਹੋਸਟ ਸਰਜੋਤ ਨਾਰੂ। ਅਸੀਂ ਸਟ੍ਰੀਟ ਟਾਕ ਦੇ ਸ਼ੋਅ ਦੇ ਵਿੱਚ ਅੱਜ ਦੇ ਸੈਗਮੈਂਟ ਦੇ ਵਿੱਚ ਦਲਜੀਤ ਕਲਸੀ ਜੀ ਆਏ ਨੇ ਇੰਡੀਆ ਤੋਂ, ਜਿਹੜੇ ਕਿ ਐਕਟਰ ਨੇ, ਰਾਈਟਰ ਨੇ ਅਤੇ ਨਾਲ ਪੋਲੀਟੀਕਲ ਐਕਟਿਵਿਸਟ ਵੀ ਨੇ ਇਸ ਵੇਲੇ। ਇਹਨਾਂ ਨੇ ਕਈ ਮੂਵੀਜ਼ ਬਣਾਈਆਂ ਨੇ ਅੱਗੇ। ਸਰਦਾਰ ਸਾਹਿਬ, ਜੱਗਾ ਜਿਉਂਦਾ ਹੈ 2018 'ਚ ਬਣਾਈ, ਸਰਦਾਰ ਸਾਹਿਬ ਬਣਾਈ 2017 ਦੇ ਵਿੱਚ। ਹੁਣ ਵੀ ਇਹਨਾਂ ਕੋਲ 2-3 ਜਿਹੜੇ ਫਲੋਰ ਦੇ ਉੱਤੇ ਮੂਵੀਜ਼ ਚੱਲਦੀਆਂ ਪਈਆਂ ਨੇ। ਅਤੇ ਇਹ ਜਿਹੜੇ ਦੀਪ ਸਿੱਧੂ ਜੀ ਨੇ, ਜਿਹੜੇ ਪੋਲੀਟੀਕਲ ਐਕਟਿਵਿਸਟ ਸੀਗੇ ਅਤੇ ਜਿਹੜੇ ਪਿੱਛੇ ਜੇ ਪੂਰੇ ਹੋ ਗਏ ਰੋਡ ਐਕਸੀਡੈਂਟ ਦੇ ਵਿੱਚ 15 ਫਰਵਰੀ ਨੂੰ ਅਨਫੋਰਚੂਨੇਟਲੀ, ਇਹ ਉਹਨਾਂ ਦੇ ਕਾਫੀ ਕਰੀਬ ਸੀਗੇ, ਉਹਨਾਂ ਦੇ ਕੁਲੀਗ ਰਹੇ ਨੇ ਅਤੇ ਉਹ ਇਹਨਾਂ ਦੀ ਮੂਵੀਜ਼ 'ਚ ਐਕਟਿੰਗ ਵੀ ਕਰਦੇ ਰਹੇ ਆ ਅਤੇ ਨਾਲ ਪੋਲੀਟਿਕਸ 'ਚ ਵੀ ਇਹ ਆਪਣੇ ਵਿਚਾਰ ਸਾਂਝੇ ਕਰਦੇ ਰਹੇ ਨੇ। ਇਹ ਕਲਸੀ ਸਾਹਿਬ ਅੱਜ ਕੱਲ੍ਹ ਵਿਰਸਾ ਵਾਰਿਸ ਪੰਜਾਬ ਇੱਕ ਔਰਗਨਾਈਜੇਸ਼ਨ ਆ, ਉਹਦੇ ਨਾਲ ਜੁੜੇ ਹੋਏ ਨੇ, ਕਾਫੀ ਐਕਟਿਵ ਨੇ ਉਹਦੇ ਵਿੱਚ, ਅਤੇ ਉਹਦੇ ਬਾਰੇ ਵੀ ਇਹ ਦੱਸਣਗੇ। ਨਾਲ ਸਾਡੇ ਕੋਲ ਐਜ਼ ਏ ਕੋ ਹੋਸਟ ਅੱਜ ਦਵਿੰਦਰ ਸਿੰਘ ਜੀ ਲੂੰਬਾ ਜੀ ਆਏ ਨੇ, ਜਿਹੜੇ ਕਿ ਬਰੈਂਪਟਨ ਤੋਂ ਹੈਗੇ ਨੇ। ਇਜ਼ ਏ ਵੈਲ ਨੋਨ ਲਾਇਰ ਅਤੇ ਪੋਲੀਟੀਕਲ ਐਕਟਿਵਿਸਟ ਹੈਗੇ ਨੇ ਅਤੇ ਬੜੇ ਲੰਬੇ ਅਰਸੇ ਤੋਂ ਮੀਡੀਆ ਦੇ ਵਿੱਚ ਹੈਗੇ ਨੇ। ਅਤੇ ਅਸੀਂ ਇਹਨਾਂ ਦੋਵਾਂ ਨੂੰ ਵੈਲਕਮ ਕਰਾਂਗੇ ਸ਼ੋ। ਕਲਸੀ ਸਾਹਿਬ, ਵੈਲਕਮ ਟੂ ਦੀ ਸ਼ੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਧੰਨਵਾਦ ਜੀ। ਅਤੇ ਲੂੰਬਾ ਸਾਹਿਬ, ਵੈਲਕਮ ਟੂ ਦੀ ਸ਼ੋ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਬਹੁਤ ਬਹੁਤ ਧੰਨਵਾਦ ਨਾਰੂ ਸਾਹਿਬ ਸਟੂਡੀਓ 'ਚ ਬੁਲਾਉਣ ਦਾ। ਹਾਂ, ਦਲਜੀਤ ਕਲਸੀ ਜੀ, ਤੁਸੀਂ ਇੱਥੇ ਕੈਨੇਡਾ 'ਚ ਆਏ ਹੋ ਕਦੋਂ ਕੁ? ਤੁਸੀਂ ਇੱਥੇ ਕਿੰਨੇ ਚਿਰ ਹੋਇਆ ਇਹਨੂੰ ਤੁਹਾਨੂੰ ਇਸ ਟ੍ਰਿਪ ਦੇ ਵਿੱਚ? ਪਹਿਲਾਂ ਤਾਂ ਕਈ ਵਾਰੀ ਆਏ ਹੋਣੇ ਤੁਸੀਂ। ਮੈਂ ਕਈ ਵਾਰੀ ਪਹਿਲਾਂ ਆਇਆ, ਲੇਕਿਨ ਇਹ ਮੇਰੀ ਬੇਟੀ ਇੱਥੇ ਹੈ ਮਿਸੀਸਾਗਾ ਦੇ ਵਿੱਚ, ਪੜ੍ਹਦੀ ਇੱਥੇ, ਅਤੇ ਉਹਨੂੰ ਮਿਲਣ ਆਇਆ ਸੀਗਾ। ਅਤੇ ਉਹਨੂੰ ਮਿਲਦੇ ਮਿਲਦੇ ਫਿਰ ਰਸਤੇ 'ਚ ਕਦੀ ਮੈਂ ਮਜ਼ਾਕ 'ਚ ਕਹਿ ਦਿੰਦਾ ਹੁੰਦਾ ਕਿ ਯਾਰ ਇੱਕ ਕੋਲੰਬਸ ਨਿਕਲਿਆ ਸੀਗਾ, ਉਹ ਭਾਰਤ ਦੀ ਖੋਜ ਕਰਨ ਤੇ ਅਮਰੀਕਾ ਪਹੁੰਚ ਗਿਆ ਸੀ, ਅਮਰੀਕਾ ਦੀ ਖੋਜ ਕਰਨ, ਇੱਦਾਂ ਕੁਛ ਸੀਗਾ ਉਹਦਾ ਕੋਲੰਬਸ ਦਾ। ਅਤੇ ਮੈਂ ਵੀ ਆਇਆ ਅਤੇ ਬੇਟੀ ਨੂੰ ਮਿਲਣ ਸੀਗਾ ਰਸਤੇ 'ਚ। ਸਾਡੇ ਅੰਮ੍ਰਿਤਪਾਲ ਭਾਜੀ ਨੇ ਉਹ ਕਹਿੰਦੇ ਯਾਰ ਦੁਬਈ ਹੁੰਦੇ ਚੱਲ ਜਾਓ, ਮੈਂ ਦੁਬਈ ਰੁਕ ਗਿਆ। ਫਿਰ ਸਾਡੇ ਅਵਤਾਰ ਖੰਡਾ ਭਾਜੀ ਨੇ ਉਹ ਕਹਿੰਦੇ ਯਾਰ ਜਾ ਹੀ ਰਹੇ ਹੋ, ਲੰਡਨ ਵੀ ਹੁੰਦੇ ਜਾ। ਫਿਰ ਮੈਂ ਇੰਗਲੈਂਡ ਰੁਕ ਗਿਆ। ਫਿਰ ਇੰਗਲੈਂਡ ਤੋਂ ਇੱਥੇ ਆਇਆ, ਜਦੋਂ ਇੱਥੋਂ ਦੀ ਫਿਰ ਵੈਨਕੂਵਰ ਚਲਾ ਗਿਆ, ਵੈਨਕੂਵਰ ਤੋਂ ਐਡਮਿੰਟਨ ਚਲਾ ਗਿਆ, ਐਡਮਿੰਟਨ ਫਿਰ ਵਾਪਸ ਆਇਆ, ਫਿਰ ਲੰਡਨ ਚਲਾ ਗਿਆ ਕੈਨੇਡਾ ਵਾਲੇ, ਫਿਰ ਮੌਂਟਰੀਅਲ ਚਲਾ ਗਿਆ, ਫਿਰ US ਚਲਾ ਗਿਆ। ਹੁਣ ਇਹ ਸਾਰਾ ਘੁੰਮਾ ਕੇ ਮੈਂ ਹੁਣ ਵਾਪਸੀ ਦੀ ਮੇਰੀ ਤਿਆਰੀ ਹੈ, ਹੁਣ ਇੰਡੀਆ ਜਾਣ ਵਾਲਾ। ਅੱਛਾ, ਸੋ ਇਹ ਲਾਸਟ ਸਟਾਪ ਆ ਤੁਹਾਡਾ ਜੀ। ਹਾਂ, ਲੂੰਬਾ ਜੀ, ਤੁਸੀਂ ਹੁਣੇ ਜਾਣਕਾਰੀ ਸੁਣੀ ਹੈਗੀ ਹੈ ਆਪਣਾ ਨਾਰੂ ਸਾਹਿਬ ਤੋਂ। ਅਤੇ ਕਲਸੀ ਜੀ ਇੱਕ ਸਾਡੇ ਬੜੇ ਸਤਿਕਾਰਯੋਗ ਇੱਕ ਸਾਡੇ ਪਰਸਨੈਲਿਟੀ ਹੈਗੇ ਨੇ। ਅਤੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਕਿ ਫਾਰਮਰ ਐਜੀਟੇਸ਼ਨ ਦੇ ਟਾਈਮ 'ਤੇ ਦੀਪ ਭਾਜੀ ਨੇ, ਦੀਪ ਸਿੱਧੂ ਸਾਹਿਬ ਨੇ, ਜਿਹੜੇ ਅਨਫੋਰਚੂਨੇਟਲੀ ਅੱਜ ਇਸ ਦੁਨੀਆ 'ਚ ਨਹੀਂ ਰਹੇ ਹੈਗੇ, ਉਹਨਾਂ ਦਾ ਇੱਕ ਬਹੁਤ ਵੱਡਾ ਰੋਲ ਰਿਹਾ ਹੈਗਾ। ਉਸ ਰੋਲ ਦੇ ਵਿੱਚ ਤੁਸੀਂ ਕਲਸੀ ਸਾਹਿਬ ਨੂੰ ਵੀ ਦੇਖਿਆ ਹੋਏਗਾ। ਅਤੇ ਹੁਣ ਉਹਨਾਂ ਦੇ ਸੰਦੀਪ ਸਿੰਘ ਹੋਰਾਂ ਦੀ, ਜਿਹਨਾਂ ਉਹਨਾਂ ਦਾ ਫੁੱਲ ਨੇਮ ਸੀ ਦੀਪ ਭਾਜੀ ਦਾ, ਅਤੇ ਉਹਨਾਂ 'ਤੇ ਜਾਣ ਤੋਂ ਬਾਅਦ ਇੱਕ ਔਰਗਨਾਈਜੇਸ਼ਨ ਫਾਰਮ ਹੋਈ ਹੈ ਪੰਜਾਬ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਲਈ। ਅਤੇ ਉਹਦੇ ਇਹ ਆਪਣੇ ਇੱਕ ਤਰ੍ਹਾਂ ਦੇ ਬਹੁਤ ਕਲੋਜ਼ਲੀ ਐਸੋਸੀਏਟਿਡ ਹੈਗੇ ਨੇ ਵਾਰਿਸ ਪੰਜਾਬ ਦੇ। ਅਤੇ ਮੈਂ ਦਲਜੀਤ ਜੀ ਥੋੜ੍ਹਾ ਜਿਹਾ ਤੁਹਾਡੇ ਤੋਂ ਪੁੱਛਾਂਗਾ ਕਿ ਵਾਰਿਸ ਪੰਜਾਬ ਦੇ ਬਾਰੇ 'ਚ ਕੁਝ ਤੁਸੀਂ ਜਾਣਕਾਰੀ ਦਿਓ। ਜੀ, ਵਾਰਿਸ ਪੰਜਾਬ ਦੇ ਇੱਕ ਸੋਸ਼ਲ ਆਰਗੇਨਾਈਜੇਸ਼ਨ ਹੈ, ਜਿਹੜੀ ਕਿ ਦੀਪ ਭਾਜੀ ਦਾ ਸੁਪਨਾ ਸੀਗਾ। ਦੀਪ ਭਾਜੀ ਨੇ ਵੀ ਖੁਦ ਹੀ ਉਹਨਾਂ ਦਾ ਹੀ ਰੱਖਿਆ ਹੋਇਆ ਨਾਮ ਸੀਗਾ, ਉਹਨਾਂ ਨੇ ਹੀ ਇਹ ਸ਼ੁਰੂ ਕੀਤੀ ਸੀ। ਅਤੇ ਅਨਫੋਰਚੂਨੇਟਲੀ ਭਾਜੀ ਹੁਣ ਇੱਥੇ ਹੈਗੇ ਨਹੀਂ ਇਸ ਸੰਸਾਰ ਦੇ ਵਿੱਚ। ਅਤੇ ਉਹਨਾਂ ਦੇ ਜਦੋਂ ਇਹ ਸ਼ੁਰੂ ਵੀ ਕੀਤੀ ਗਈ ਸੀ, ਅਤੇ ਇਹ ਉਹਨਾਂ ਨੇ ਹੀ ਅਨਾਊਂਸ ਕੀਤਾ ਸੀਗਾ ਕਿ ਇਹ ਬਿਲਕੁਲ ਵੀ ਰਾਜਨੀਤਿਕ ਪਾਰਟੀ ਨਹੀਂ ਹੋਏਗੀ। ਸਾਨੂੰ ਰਾਜਨੀਤਿਕ ਮੁੱਦਿਆਂ ਦੇ ਉੱਤੇ ਅਸੀਂ ਬੋਲਾਂਗੇ, ਲੇਕਿਨ ਆਪ ਰਾਜਨੀਤੀ ਵਿੱਚ ਨਹੀਂ ਆਵਾਂਗੇ। ਇਹ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਸੀਗਾ ਬਣਾਈ ਗਈ ਸੀਗੀ। ਔਰ ਅੱਜ ਵੀ ਜੋ ਭਾਜੀ ਖੁਦ ਵੀ ਕਰਦੇ ਰਹੇ ਨਾ, ਉਹਨਾਂ ਨੇ, ਹਾਲਾਂਕਿ ਉਹਨਾਂ ਦੇ ਬਲੇਮ ਲੱਗਦੇ ਰਹੇ ਕਿ ਇਹ ਪੋਲੀਟਿਕਸ ਕਰਨਗੇ, ਰਾਜਨੀਤੀ ਜਾਣਗੇ, ਨਾ ਉਹਨਾਂ ਨੇ ਪ੍ਰੂਵ ਕਰਤਾ ਕਿ ਉਹਨਾਂ ਨੇ ਕਦੀ ਰਾਜਨੀਤੀ 'ਚ ਆਉਣਾ ਨਹੀਂ ਸੀਗਾ। ਅਤੇ ਅੱਜ ਵੀ ਜੋ ਸਾਡੀ ਜਥੇਬੰਦੀ ਹੈ ਵਾਰਿਸ ਪੰਜਾਬ ਦੇ, ਇਹ ਜਥੇਬੰਦੀ, ਇਹ ਮੈਂ ਐਗਜ਼ਾਮਪਲ ਦੇ ਤੌਰ 'ਤੇ ਅਗਰ ਤੁਹਾਨੂੰ ਦੱਸਾਂ, ਇਹ ਹੁਣ ਤੁਸੀਂ ਮੰਨ ਲਓ ਤੁਸੀਂ ਪੰਜਾਬ ਤੋਂ ਹੈਗੇ ਹੋ ਬੇਸਿਕਲੀ, ਅਤੇ ਮੈਂ ਆ ਕੇ ਤੁਹਾਨੂੰ ਦੱਸਾਂ ਕਿ ਤੁਹਾਡੇ ਪੜਦਾਦੇ ਦੇ ਫਾਦਰ ਦੀ ਜਾਂ ਪੜਦਾਦੇ ਦੇ ਦਾਦੀ ਦੀ ਇੱਕ ਹਵੇਲੀ ਸੀਗੀ, ਬਹੁਤ ਵੱਡੀ ਹਵੇਲੀ ਤੁਹਾਡੇ ਪੰਜਾਬ ਪਈ ਹੋਈ ਆ, ਤੁਹਾਨੂੰ ਪਤਾ ਨਹੀਂ ਹੈ।
ਤੁਹਾਨੂੰ ਮੈਂ ਦੱਸਿਆ ਜਾਂ ਤੁਹਾਨੂੰ ਪਤਾ ਹੈ ਤੇ ਤੁਹਾਨੂੰ ਉਹਦੀ ਵੈਲਿਊ ਨਹੀਂ ਪਤਾ। ਮੈਂ ਤੁਹਾਨੂੰ ਉਹਦੀ ਵੈਲਿਊ ਦੱਸੀ ਕਿ ਵੀ ਇਹ ਉਹਦੀ ਵੈਲਿਊ ਹੈ, ਇੰਨੀ ਖੂਬਸੂਰਤ, ਇੰਨੀ ਮਹਿੰਗੀ ਉਹ ਤੁਹਾਡੀ ਆਪਣੀ ਹਵੇਲੀ ਹੈ ਜਿਹੜੀ ਤੁਹਾਡੇ ਪੁਰਖਿਆਂ ਦੀ ਹੈ, ਤੇ ਅੱਜ ਲੇਕਿਨ ਕਿਸੇ ਹੋਰ ਨੇ ਉੱਤੇ ਇੱਕ ਕਿਸਮ ਦਾ ਕਬਜ਼ਾ ਕਰ ਲਿਆ। ਤੇ ਮੇਰਾ ਕੰਮ ਹੈ ਤੁਹਾਨੂੰ ਇਹ ਦੱਸਣਾ ਕਿ ਇੱਕ ਤਾਂ ਪਹਿਲਾਂ ਤੇ ਤੁਹਾਡੀ ਹਵੇਲੀ ਹੈਗੀ ਹੈ, ਦੂਜਾ ਮੇਰਾ ਕੰਮ ਹੈ ਕਿ ਤੁਸੀਂ ਉਸ ਦੇ ਵਾਰਸ ਹੋ, ਉਸ ਹਵੇਲੀ ਦੇ ਅਸਲੀ ਵਾਰਸ ਤੁਸੀਂ ਹੋ, ਭਾਵੇਂ ਕਿਸੇ ਹੋਰ ਨੇ ਹਮਲਾ ਉੱਤੇ ਕਬਜ਼ਾ ਕੀਤਾ ਹੋਇਆ। ਹੁਣ ਮੇਰਾ ਕੰਮ ਸਿਰਫ ਇੰਨਾ ਹੈ ਕਿ ਮੈਂ ਤੁਹਾਨੂੰ ਦੱਸ ਸਕਾਂ। ਮੈਂ ਅਗਰ ਇਹੀ ਦੱਸ ਸਕਿਆ ਕਿ ਤੁਸੀਂ ਉਸ ਦੇ ਵਾਰਸ ਹੋ ਔਰ ਉਸ ਦੀ ਵੈਲਿਊ ਕੀ ਹੈਗੀ ਹੈ, ਉਸ ਦੇ ਬਾਅਦ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਤੇ ਵਾਰਿਸ ਪੰਜਾਬ ਦੇ ਜਥੇਬੰਦੀ ਜੋ ਹੈ ਉਹ ਇਹੀ ਕਰਦੀ ਪਈ ਹੈ, ਵਾਰਸਾਂ ਨੂੰ ਜਿਹੜੀ ਉਹਨਾਂ ਦੀ ਅਸਲੀ ਵਿਰਸਾ ਹੈ, ਜੋ ਉਹਨਾਂ ਦੀ ਵਿਰਾਸਤ ਹੈ, ਉਸ ਦੇ ਨਾਲ ਜੋੜਨ ਦਾ ਕੰਮ ਕਰਦੀ ਪਈ ਹੈ। ਅੱਜ ਅਸੀਂ ਦੁਨੀਆ ਭਰ ਦੇ ਵਿੱਚ ਇਸ ਦੀਆਂ ਇਕਾਈਆਂ ਬਣਾ ਕੇ ਸਾਡੇ ਜਿਹੜੇ ਕੌਮ ਹੈਗੇ ਆ, ਪੰਜਾਬੀ ਹੈਗੇ ਨੇ, ਉਹਨਾਂ ਨੂੰ ਪੰਜਾਬੀ ਇਤਿਹਾਸ ਦੇ ਨਾਲ ਜੋੜਦੇ ਪਏ ਆ, ਪੰਜਾਬ ਦੇ ਇਤਿਹਾਸ ਦੇ ਨਾਲ ਜੋੜਦੇ ਪਏ ਆ, ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨ ਦੀ ਕੋਸ਼ਿਸ਼ ਆਪਾਂ ਕਰਦੇ ਪਏ ਆ। ਇਹ ਸਾਡੇ ਜਥੇਬੰਦੀ ਦਾ ਮੇਨ ਜਿਹੜਾ ਸਾਡਾ ਮੋਟੋ ਹੈਗਾ, ਉਸ ਪੰਜਾਬ ਦੇ ਵਾਰਸਾਂ ਨੂੰ ਉਹਨਾਂ ਦੀ ਵਿਰਾਸਤ ਦੇ ਨਾਲ, ਉਹਨਾਂ ਦੇ ਵਿਰਸੇ ਦੇ ਨਾਲ ਜੋੜਨਾ ਸਾਡੇ ਜਥੇਬੰਦੀ ਦਾ ਮੇਨ ਕੰਮ ਹੈ। ਕਲਸੀ ਜੀ, ਇੱਕ ਚੀਜ਼ ਐਜੀਟੇਸ਼ਨ ਦੇ ਟਾਈਮ ਤੇ ਇੱਕ ਬਹੁਤ ਜ਼ਿਆਦਾ ਪ੍ਰੋਬਲਮ ਆਈ ਸੀ ਕਿ ਦੀਪ ਸਿੱਧੂ ਹੋਰਾਂ ਦੇ ਖਿਲਾਫ ਕੁਝ ਇਲਜ਼ਾਮਾਤ ਲੱਗੇ ਜਾਂ ਕੁਝ ਕਿਸੇ ਕਿਸਮ ਦੇ ਹੋਰ ਵੀ ਕਈ ਚੀਜ਼ਾਂ ਹੋਈਆਂ ਕਿ ਜੀ ਲਾਲ ਕਿਲ੍ਹੇ ਦੇ ਵਿੱਚ ਝੰਡਾ ਫਰਾਇਆ ਗਿਆ ਤੇ ਠੀਕ ਨਹੀਂ ਹੈ, ਤੇ ਮਤਲਬ ਸਾਰੇ ਚਾਰਜਿਸ ਲੱਗੇ। ਉਹਦੇ ਬਾਰੇ ਕੁਝ ਰੋਸ਼ਨੀ ਪਾਓ, ਕਿਉਂਕਿ ਕਾਫੀ ਲੋਕ ਉਤਸੁਕ ਨੇ ਜਾਣਨ ਦੇ ਲਈ ਕਿ ਆਖਰ ਅਸਲੀ ਚੀਜ਼ ਕੀ ਸੀ ਇਹ ਸਾਰੇ ਮਾਮਲੇ ਦੇ ਪਿੱਛੇ। ਨਹੀਂ, ਸਾਰੀ ਦੇਖੋ, ਤੁਸੀਂ ਬਹੁਤ ਲੰਬਾ ਜਿਹਾ ਸਵਾਲ ਕਰਤਾ, ਬਹੁਤ ਵੱਡਾ, ਜਦਕਿ ਉਹਦਾ ਉਹ ਆਣਾ। ਮੈਂ ਅਗਰ ਲਾਲ ਕਿਲ੍ਹੇ ਦੀ ਗੱਲ ਕਰਾਂ ਤੇ ਲਾਲ ਕਿਲ੍ਹੇ ਉੱਤੇ ਅਸਲ 'ਚ ਜੋ ਮੈਨੂੰ ਲੱਗਦਾ ਸਰਕਾਰ ਨੇ ਉਸ ਦਿਨ ਗੋਲੀ ਚਲਾਣੀ ਸੀਗੀ। ਹਾਂਜੀ, ਸਰਕਾਰ ਨੇ ਅੰਦਰ ਜਾਣ ਦਿੱਤੇ। ਜਦੋਂ ਇਹ ਕਿੱਦਾਂ ਹੋ ਸਕਦਾ ਹੈ ਕਿ ਇੰਡੀਆ ਦੀਆਂ ਤਿੰਨੋਂ ਫੋਰਸਸ ਉੱਥੇ ਹੈਗੀਆਂ, ਪ੍ਰਧਾਨ ਮੰਤਰੀ ਉੱਥੇ, ਉਸ ਤੋਂ ਜ਼ਿਆਦਾ ਸਿਕਿਉਰਿਟੀ ਮੇਰੇ ਖਿਆਲ ਨਾਲ ਕਿਤੇ ਹੋਰ ਨਹੀਂ ਹੁੰਦੀ। 26 ਜਨਵਰੀ ਦਾ ਦਿਨ ਹੈ, ਤਿੰਨੋਂ ਫੋਰਸਸ ਉੱਥੇ ਆ, ਤਿੰਨੋਂ ਫੋਰਸਾਂ ਦੇ ਮੁਖੀ ਉੱਥੇ ਆ, ਪ੍ਰਧਾਨ ਮੰਤਰੀ ਉੱਥੇ ਆ, ਸਾਰੇ ਵੱਡੇ ਜਿੰਨੇ ਇੰਡੀਆ ਦੇ ਸਰਕਾਰ ਦੇ VVIP ਲੋਕ ਨੇ ਉੱਥੇ ਹੈਗੇ ਆ, ਤੇ ਉੱਥੇ ਉਹਨਾਂ ਨੇ ਲਾਲ ਕਿਲ੍ਹੇ ਦੇ ਅੰਦਰ ਤੱਕ ਜਾਣ ਦਿੱਤਾ। ਹਾਂਜੀ, ਜਾਣ ਦਿੱਤਾ, ਇਹ ਨਹੀਂ ਕਿ ਚਲੇ ਨਹੀਂ ਗਏ, ਜਾਣ ਦਿੱਤਾ। ਇੱਕ ਕਿਸਮ ਦਾ ਡਰਾਈਵ ਕੀਤਾ। ਉਸ ਦੇ ਪਿੱਛੇ ਕੋਈ ਹੋਰ ਮਨਸ਼ਾ ਸੀ। ਠੀਕ ਹੈ, ਇਹ ਬੜੀ ਆਸਾਨੀ ਦੇ ਨਾਲ ਕਿਤੇ ਵੀ ਸਰਕਾਰ ਨੇ ਗੋਲੀ ਚਲਾਣੀ ਸੀ, ਕਿਸੇ ਵੀ ਨਿਹੰਗ ਦੀ ਪੱਗ ਲਾ ਦਿੰਦੇ, ਕਿਸੇ ਸਰਦਾਰ ਦੇ ਸਿੱਖ ਦੇ ਕਿਸੇ ਦੇ ਹਮਲਾ ਕਰ ਦਿੰਦੇ। ਅਗਰ ਇੱਕ ਦੀ ਪੱਗ ਦੇ ਉੱਤੇ ਹਮਲਾ ਹੋ ਜਾਂਦਾ ਤੇ ਇਧਰੋਂ ਦੀ ਜਿਹੜਾ ਸਾਡੇ ਵੀ ਲੋਕ ਜਿਹੜੇ ਨੇ ਉਹ ਅਗਰੈਸਿਵ ਕੌਮ ਹੈ, ਔਰ ਸਾਰੇ ਸ਼ਸਤਰਧਾਰੀ, ਅੱਧੇ ਤੋਂ ਜ਼ਿਆਦਾ ਉੱਤੇ ਸ਼ਸਤਰਧਾਰੀ ਸੀਗੇ, ਤੇ ਉਹ ਮਾਮਲਾ ਇਦਾਂ ਵਿਗੜਦਾ ਔਰ ਸਰਕਾਰ ਨੇ ਉੱਥੇ ਗੋਲੀ ਚਲਵਾਣੀ ਸੀ। ਮੈਨੂੰ ਲੱਗਦਾ ਕਿ ਉੱਥੇ ਸੈਂਕੜਿਆਂ ਦੇ ਹਿਸਾਬ ਨਾਲ ਸਾਡੇ ਬੰਦਿਆਂ ਦੇ ਘਰ ਜਿਹੜੇ ਸੀਗੇ ਉਹ ਉੱਜੜ ਜਾਣੇ ਸੀਗੇ। ਲੇਕਿਨ ਉੱਥੇ ਐਂਡ ਟਾਈਮ ਤੇ ਸਰਕਾਰ ਦੀ ਪਲਾਨਿੰਗ ਫੇਲ ਕਰਦੇ ਹੋਏ ਇੱਕ ਬੰਦਾ ਆ ਜਾਂਦਾ, ਠੀਕ ਹੈ, ਜਿਹੜਾ ਦੋਨੋਂ ਧਿਰਾਂ ਨੂੰ ਸ਼ਾਂਤ ਕਰ ਦਿੰਦਾ। ਠੀਕ ਹੈ, ਉਹ ਸੈਂਸ ਕਰ ਲੈਂਦਾ ਕਿ ਇੱਥੇ ਗੜਬੜ ਹੋ ਸਕਦੀ ਹੈ, ਕਿ ਇਹ ਟ੍ਰੈਪ ਹੈ, ਠੀਕ ਹੈ, ਇਹ ਸਾਨੂੰ ਫਸਾਇਆ ਜਾ ਰਿਹਾ। ਉਹ ਸੈਂਸ ਕਰ ਲੈਂਦਾ। ਉਹ ਸੈਂਸ ਕਰਕੇ ਇਹ ਸਰਕਾਰ, ਹਾਲਾਂਕਿ ਕਈ ਜਿਹੜੇ ਦੂਜੇ ਲੋਕ ਹੈਗੇ ਸਾਡੇ ਆਪਣੇ ਲੋਕ ਨੇ, ਉਹ ਇਸ ਦੇ ਖਿਲਾਫ ਬੋਲਦੇ ਕਿ ਉਹਨੇ ਤੇ ਵਾਪਸ ਕਰਾਇਆ ਸੀ। ਬਿਲਕੁਲ ਉਹਨੇ ਵਾਪਸ ਕਰਾਇਆ ਸੀ, ਕਿਉਂਕਿ ਉਹ ਸੈਂਸ ਕਰ ਗਿਆ ਸੀਗਾ, ਉਸ ਨੂੰ ਪਤਾ ਚੱਲ ਗਿਆ ਸੀਗਾ ਕਿ ਕੁਝ ਇਹ ਟ੍ਰੈਪ ਹੈ, ਇਹ ਫਸਾਇਆ ਜਾ ਰਿਹਾ। ਉਹਨੇ ਆਪਣੇ ਬੰਦਿਆਂ ਨੂੰ ਵੀ ਬੋਲੇ, ਹੱਥ ਜੋੜੇ ਕਿ ਯਾਰ ਜੋ ਅਸੀਂ ਕਰਨਾ ਸੀ ਕਰ ਲਿਆ, ਚਲੋ ਵਾਪਸ ਚਲੋ, ਵਾਪਸ ਚਲੋ। ਉਹਨੇ ਅੰਦਰੋਂ ਦੀ ਮੁੰਡਿਆਂ ਨੂੰ ਬਾਹਰ ਭੇਜਿਆ, ਇਧਰੋਂ ਪੁਲਿਸ ਵਾਲਿਆਂ ਨੂੰ ਵੀ ਸ਼ਾਂਤ ਕੀਤਾ, ਤੇ ਦੋਨੋਂ ਧਿਰਾਂ ਨੂੰ ਸ਼ਾਂਤ ਕਰਦੇ ਕਰਦੇ ਉਸਨੇ ਸਰਕਾਰ ਦਾ ਜਿਹੜਾ ਪਲਾਨ A ਸੀਗਾ ਉਹ ਫੇਲ ਕਰਤਾ। ਠੀਕ ਹੈ, ਪਲਾਨ A ਜਦੋਂ ਸਰਕਾਰ ਇਸ ਲਈ ਵੀ ਸ਼ਾਂਤ ਹੋ ਗਈ ਕਿਉਂਕਿ ਇਧਰੋਂ ਦੀ ਸਾਡੇ ਬੰਦਿਆਂ ਨੇ, ਜਦੋਂ ਇਹ ਵੀ ਜਿਹੜੀ ਕਾਮਰੇਡਾਂ ਨੇ ਪਹਿਲਾਂ ਬੋਲਿਆ ਕਿ ਤਿਰੰਗੇ ਦਾ ਅਪਮਾਨ ਹੋ ਗਿਆ, ਮੀਡੀਆ ਨੇ ਬਾਅਦ ਚੋਂ ਬੋਲਿਆ। ਸਾਡੇ ਪੰਜਾਬ ਦੇ ਜਿਹੜੇ ਵਿਦਵਾਨ ਬੈਠੇ ਨੇ ਫੇਸਬੁੱਕਾਂ ਉੱਤੇ, ਇਹਨਾਂ ਨੇ ਪਹਿਲਾਂ ਬੋਲਣਾ ਸ਼ੁਰੂ ਕੀਤਾ, ਫਿਰ ਉਹਨਾਂ ਨੇ ਨੈਸ਼ਨਲ ਮੀਡੀਆ ਨੇ, ਜਿਹਨੂੰ ਗੋਦੀ ਮੀਡੀਆ ਆਪਾਂ ਕਹਿੰਦੇ, ਉਹਨਾਂ ਨੇ ਫਟਾਫਟ ਉਹ ਵਾਲਾ ਨੈਰੇਟਿਵ ਚੁੱਕਿਆ ਔਰ ਉਹ ਪੂਰੇ ਹੀ ਅੱਗੇ ਚੇਪ ਦਿੱਤਾ ਕਿ ਅਰੇ ਦੀਪ ਸਿੱਧੂ ਦੇਸ਼ ਦਰੋਹੀ, ਅਰੇ ਇਸਨੇ ਤਾਂ ਤਿਰੰਗੇ ਦਾ ਅਪਮਾਨ ਕਰ ਦਿੱਤਾ। ਕਿ ਤਿਰੰਗੇ ਨੂੰ ਤਾਂ ਸਾਡੇ ਬੰਦੇ ਤਿਰੰਗੇ ਨੂੰ ਅਪਮਾਨਿਤ ਕਰ ਸਕਦੇ ਸੀ, ਉੱਥੇ ਜਦੋਂ ਕਬਜ਼ਾ ਹੀ ਕਰ ਲਿਆ ਸੀ, ਉਸ ਨੂੰ, ਉਸ ਝੰਡੇ ਨੂੰ ਲੇਕਿਨ ਹੱਦ ਤੱਕ ਨਹੀਂ ਲਾਇਆ। ਠੀਕ ਹੈ, ਆਪਣੇ ਬੰਦਿਆਂ ਨੇ। ਲੇਕਿਨ ਉਹ ਉਸੇ ਵੇਲੇ ਪੂਰੇ ਇੰਡੀਆ ਦੇ ਵਿੱਚ ਇੱਕ ਨੈਰੇਟਿਵ ਸਿਰ ਦਿੱਤਾ ਗਿਆ ਕਿ ਵੀ ਦੀਪ ਸਿੱਧੂ ਨੇ ਇਹ ਕੀਤਾ, ਦੀਪ ਸਿੱਧੂ ਨੇ ਇਹ ਕੀਤਾ।
ਦੀਪ ਸਿੱਧੂ ਆਪਣੇ ਨਾਮ ਦੀ ਉਸ ਦਿਨ ਕੁਰਬਾਨੀ ਦੇ ਗਿਆ। ਭਾਵੇਂ ਮੈਂ ਮੰਨਦਾ ਕਿ ਅਣਜਾਣੇ ਜੋ ਦੀਪ ਸਿੱਧੂ ਨੂੰ ਪਤਾ ਨਹੀਂ ਸੀਗਾ ਕਿ ਇਹ ਪਲਾਨ ਬੀ ਇਹ ਚੱਲੇਗਾ ਇਹਨਾਂ ਦਾ, ਲੇਕਿਨ ਉਹ ਆਪਣੇ ਨਾਮ ਨੂੰ ਵਾਲੀ ਬਦਨਾਮੀ ਉਹਨੇ ਖੱਟ ਲਈ, ਲੇਕਿਨ ਉਹ ਬਹੁਤ ਸਾਰੇ ਘਰਾਂ ਨੂੰ ਉਜੜਨ ਤੋਂ ਉਸ ਦਿਨ ਉਹ ਬਚਾ ਗਿਆ। ਜਿਹੜੀ ਅੱਜ ਬੋਲਿਆ ਜਾਂਦਾ ਹੈ ਕਿ ਉਸਨੇ ਆ ਕਰਤਾ, ਉਸ ਤੇ ਜੋ ਇਲਜ਼ਾਮ ਲੱਗਦਾ, ਅਸਲ 'ਚ ਪੰਜਾਬ ਨੂੰ ਉਹਦਾ ਥੈਂਕਫੁਲ ਹੋਣਾ ਚਾਹੀਦਾ। ਇੱਕ ਤਾਂ ਆਪਾਂ ਉਹਦੇ ਝੰਡਾ ਸਾਡਾ ਭਾਜੀ ਮੋੜੀ ਇੱਕ ਕਿਸਮ ਦੀ ਜਿਹੜੀ ਇੱਥੇ ਦਰਬਾਰ ਸਾਹਿਬ ਤੇ ਲਾ ਗਏ ਸੀਗੇ ਝੰਡਾ, ਉਸ ਦੀ ਇੱਕ ਕਿਸਮ ਦੀ ਭਾਜੀ ਵੀ ਮੋੜੀ, ਚਲੋ ਉਹ ਵੀ ਸਾਡਾ ਸਹੀ ਸੀਗਾ। ਲੇਕਿਨ ਆ ਜਿਹੜੀ ਉਹ ਕੁਰਬਾਨੀ ਦੇਗਾ, ਇਹਦਾ ਦੇਣ ਪੰਜਾਬ ਨਹੀਂ ਦੇ ਸਕਦਾ। ਬਹੁਤ ਮੈਨੂੰ ਲੱਗਦਾ ਹੈ ਘੱਟ ਤੋਂ ਘੱਟ 150-200 ਘਰਾਂ ਨੂੰ ਉਜੜਨ ਤੋਂ ਉਦੋਂ ਉਹ ਦੀਪ ਸਿੱਧੂ ਭਾਜੀ ਉਦੋਂ ਬਚਾ ਗਏ। ਇਹ ਲਾਲ ਕਿਲੇ ਦੀ ਅਸਲੀ ਸੱਚ ਸੀਗਾ। ਮੈਂ ਅਕਸਰ ਬੋਲਦਾ ਹੁੰਦਾ ਕਿ ਇਤਿਹਾਸ ਨਾ ਹਲੇ ਬਹੁਤ ਸਾਰੀਆਂ ਚੀਜ਼ਾਂ ਖੋਲੇਗਾ। ਦੀਪ ਸਿੱਧੂ ਭਾਜੀ ਨੇ ਅਸਲ 'ਚ ਕੀ ਕੁਰਬਾਨ ਕੀਤਾ ਹੋਇਆ, ਮੈਂ ਕਈ ਵਾਰੀ ਸੋਚਦਾ ਹੁੰਦਾ, ਜਦ ਤੱਕ ਅਸੀਂ ਸੀਗੇ, ਜਦ ਤੱਕ ਅਸੀਂ ਉਹਨੂੰ ਦੇਖਦੇ ਸੀਗੇ, ਸਾਨੂੰ ਨਹੀਂ ਪਤਾ ਸੀਗਾ ਕਿ ਇਹ ਏਡਾ ਵੱਡਾ ਸ਼ਖਸੀਅਤ ਹੈਗੀ ਹੈ। ਹੁਣ ਅਸੀਂ ਜਦੋਂ ਅੱਜ ਉਹਦੀਆਂ ਗੱਲਾਂ ਸੋਚਦੇ ਹਾਂ ਕਿ ਯਾਰ ਆਹ ਗੱਲ ਏਦਾਂ, ਆਹ ਗੱਲ ਏਦਾਂ, ਆਹ ਗੱਲ ਏਦਾਂ, ਤੇ ਸਾਡੇ ਦਿਲ 'ਚ ਉਸ ਦੀ ਜਿਹੜੀ ਜਗ੍ਹਾ ਉਹ ਹੋਰ ਉੱਚੀ ਹੁੰਦੀ ਹੈ। ਹਾਲੇ ਉਸ ਦੀਆਂ ਬਹੁਤ ਸਾਰੀਆਂ ਗੱਲਾਂ ਖੁੱਲ੍ਹਣੀਆਂ ਨੇ, ਹਾਲੇ ਸਾਹਮਣੇ ਆਣੀਆਂ ਨੇ। ਮੈਂ ਕਈ ਜਗ੍ਹਾ ਤੇ ਬੋਲਦਾ ਹੁੰਦਾ ਕਿ ਵੀ ਪੰਜਾਬ ਦੀ ਇਹ ਜਿਹੜੀ ਉਹਨੇ ਗੱਲ ਬੋਲੀ ਸੀਗੀ ਕਿ ਵੀ ਇਹ ਸਾਡੀ ਹੋਂਦ ਦਾ ਮਸਲਾ ਹੈ, ਇਹ ਉਸ ਦਾ ਇੱਕ ਟੈਗ ਲਾਈਨ ਬਣ ਗਈ। ਦੀਪ ਸਿੱਧੂ ਨੇ ਕੀ ਬੋਲਿਆ, ਪੰਜਾਬ ਨੂੰ ਕੀ ਬੋਲਿਆ ਜੀ, ਇੱਕ ਤਾਂ ਤਿਰੰਗਾ ਆਪਣਾ ਨਿਸ਼ਾਨ ਸਾਹਿਬ ਵਾਲੀ ਗੱਲ ਹੋ ਗਈ, ਇੱਕ ਉਹਨੇ ਗੱਲ ਬੋਲੀ ਇਹ ਸਾਡੀ ਹੋਂਦ ਦਾ ਮਸਲਾ। ਇਹ ਗੱਲ ਆਈ ਕਿੱਥੋਂ ਸੀਗੀ? ਇਹ ਗੱਲ ਸ਼ੁਰੂ ਹੁੰਦੀ ਜਦੋਂ ਸਨੀ ਦਿਓਲ ਹੋਰਾਂ ਦੇ ਨਾਲ ਇਹ ਪ੍ਰਚਾਰ ਕਰਨ ਪਹੁੰਚਦੇ ਆ। ਉਹ ਛੋਟੀ ਸਟੋਰੀ ਰੱਖਦਾ, ਸਨੀ ਦਿਓਲ ਜਿੱਤ ਜਾਂਦੇ ਆ, ਉਹਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ। ਇਹ ਹਰ ਜਗ੍ਹਾ ਨਾਲ ਹੁੰਦੇ ਆ। ਇੱਕ ਹੁੰਦਾ ਪੂਰਾ ਜੋ ਕੰਪੇਨਿੰਗ ਸੀਗੀ ਇਹੀ ਮੈਨੇਜ ਕਰ ਰਹੇ ਸੀ। ਜਦੋਂ ਜਿੱਤਦੇ ਆ ਤੇ ਸਨੀ ਦਿਓਲ ਨੂੰ ਤਾਂ ਪੋਲਿਟਿਕਸ ਬਾਰੇ ਕੁਝ ਪਤਾ ਹੀ ਨਹੀਂ। ਉਸਨੂੰ ਗੁਰਦਾਸਪੁਰ ਦਾ ਸ਼ਾਇਦ ਉਹਨੂੰ ਨਾਮ ਹੀ ਸੁਣਿਆ ਸੀਗਾ, ਕਦੀ ਗੁਰਦਾਸਪੁਰ ਗਿਆ ਨਹੀਂ, ਨਾ ਉਹਦਾ ਕੋਈ ਲੈਣਾ ਦੇਣਾ। ਔਰ ਗੁਰਦਾਸਪੁਰ ਦੀ ਕੀ ਪ੍ਰੋਬਲਮਸ ਹੈਗੀਆਂ ਉਹਨੂੰ ਕੀ ਪਤਾ। ਉਹਨੂੰ ਤਾਂ ਸਿਰਫ ਪਹਿਲਾਂ ਰੱਟੀਆਂ ਰਟਾਈਆਂ ਗੱਲਾਂ ਸੀਗੀਆਂ, ਮੈਂ ਤੁਹਾਨੂੰ ਪਿਆਰ ਕਰਦਾ, ਮੈਂ ਤੁਹਾਡੇ ਵਿੱਚੋਂ ਆ, ਮੈਂ ਪੰਜਾਬ ਦਾ ਪੁੱਤ ਹਾਂ, ਆਹੀ ਗੱਲਾਂ ਬੋਲਦਾ ਸੀ। ਆਹੀ ਗੱਲਾਂ ਗੁਰਦਾਸਪੁਰ ਵਾਲੇ ਉਹਦੀ ਗੱਲਾਂ 'ਚ ਆ ਗਏ, ਪੰਜਾਬ ਉਹਦੀ ਗੱਲਾਂ 'ਚ ਆ ਗਿਆ। ਪੰਜਾਬ ਨੂੰ ਤਾਂ ਲੱਗਦਾ ਸਾਡਾ ਭਰਾ ਹੈ ਵੱਡਾ, ਤੇ ਉਹ ਜਿੱਤ ਗਿਆ। ਜਿੱਤਣ ਤੋਂ ਬਾਅਦ ਉਹਨੂੰ ਗੁਰਦਾਸਪੁਰ ਦੀ, ਉਸਨੂੰ ਪੰਜਾਬ ਦੀ ਪੋਲਿਟਿਕਸ ਦੀ ਕੋਈ ਸਮਝ ਨਹੀਂ ਸੀਗੀ, ਜਾਂ ਉਹਨੂੰ ਕਿਸੇ ਵੀ ਪੋਲਿਟਿਕਸ ਦੀ ਸਮਝ ਨਹੀਂ ਸੀਗੀ। ਤਾਂ ਜਦੋਂ ਸਰਕਾਰ ਦੇ ਬੰਦਿਆਂ ਦੇ ਨਾਲ ਬੈਠਾ ਤੇ ਨਾਲ ਦੀਪ ਭਾਜੀ ਬੈਠੇ ਕਿ ਬਈ ਇਹ ਹੁਣ ਮੈਨੂੰ ਕਰਨਾ ਕੀ ਹੈ, ਮੈਂ ਐਮਪੀ ਦਾ ਬਣ ਗਿਆ, ਹੁਣ ਮੈਂ ਕੀ ਕਰਾਂ। ਜਦੋਂ ਉਹਨੇ ਇਹ ਸਵਾਲ ਕੀਤਾ ਤੇ ਉਸਨੂੰ ਜਵਾਬ ਮਿਲਿਆ ਕਿ ਬਈ ਆ ਪੁੱਲ ਬਣਾਣੇ ਆ, ਸਕੂਲ, ਪਲਾਂਟਿੰਗ, ਜੋ ਕੁਝ ਮੋਟਾ ਕੰਮ ਦੱਸਿਆ ਗਿਆ। ਤੇ ਮੋਟੇ ਤੌਰ ਤੇ ਉਹਨੂੰ ਦੱਸਿਆ ਕਿ ਜੋ ਸਰਕਾਰ ਦੇ ਪਿੱਛੇ ਜੋ ਡੀਪ ਸਟੇਟ ਜਿਹਨੂੰ ਆਪਾਂ ਕਹਿੰਦੇ ਆ, ਮੈਂ ਨਾਮ ਨਹੀਂ ਲੈਂਦਾ, ਤੁਸੀਂ ਸਮਝ ਜਾਓਗੇ। ਉਹਨਾਂ ਲੋਕਾਂ ਨੇ ਬੋਲਿਆ ਕਿ ਸਾਡੀ ਇੱਕ ਪਾਲਿਸੀ ਹੈ ਸਾਡੀ ਸਰਕਾਰ ਦੀ ਕਿ ਇੱਕ ਦੇਸ਼, ਇੱਕ ਬੋਲੀ, ਇੱਕ ਧਰਮ, ਇੱਕ ਫਲਾਨ, ਇੱਕ ਦਿਨ, ਇਹ ਕਰਨਾ। ਤੇ ਸਨੀ ਦਿਓਲ ਚੁੱਪ ਕਰਕੇ ਸੁਣੀ ਜਾ ਰਿਹਾ ਸੀਗਾ। ਤੇ ਕਹਿੰਦੇ ਇਹ ਦੀਪ ਭਾਜੀ ਵੀ ਉੱਥੇ ਚੁੱਪ ਰਹੇ, ਲੇਕਿਨ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਜੋ ਇੱਕ ਗੱਲ ਬੜੀ ਜ਼ਿਆਦਾ ਉਹਨਾਂ ਦੀ ਹੋਰ ਉਹਨਾਂ ਦੇ ਇੰਟਰਵਿਊਜ਼ ਦੇ ਵਿੱਚ, ਉਹਨਾਂ ਦੀ ਸਪੀਚਾਂ ਦੇ ਵਿੱਚ ਇੱਕ ਗੱਲ ਆਉਂਦੀ ਹੈ, ਅਸੈਂਬਲੀਏਟ ਕਰਨਾ ਔਰ ਐਲੀਮੀਨੇਟ ਕਰਨਾ। ਤੇ ਉਦੋਂ ਉਹਨਾਂ ਨੇ ਬੋਲਿਆ ਕਿ ਵੀ ਅਸੀਂ ਸਿੱਖਾਂ ਨੂੰ ਗੋਲੀ ਨਹੀਂ ਮਾਰਨੀ, ਇਹਨਾਂ ਨੂੰ ਆਪਣੇ ਅੰਦਰ ਹੀ ਮਿਲਾ ਲੈਣਾ, ਤਾਂ ਹੌਲੀ ਸਾਡੇ ਵਿੱਚ ਹੀ ਮਿਲ ਜਾਣਾ, ਤੇ ਅਸੀਂ ਇਹ ਕਰਨਾ। ਇਹ ਗੱਲ ਹੋਣ ਤੋਂ ਬਾਅਦ ਕਹਿੰਦੇ ਜਦੋਂ ਮੈਂ ਗੱਡੀ 'ਚ ਬੈਠਾ, ਮੈਂ ਸਨੀ ਦਿਓਲ ਨੂੰ ਪੁੱਛਿਆ ਕਿ ਭਾਜੀ ਇਹ ਤਾਂ ਤੁਸੀਂ ਬੋਲੇ ਨਹੀਂ। ਸਨੀ ਦਿਓਲ ਕਹਿੰਦਾ ਮੈਂ ਕੀ ਬੋਲਾਂ। ਉਹ ਜਿਹੜੀ ਗੱਲ ਸੀਗੀ ਸਾਡੀ ਹੋਂਦ ਦਾ ਮਸਲਾ, ਉਹਨੇ ਉਹ ਪਹਿਲੀ ਵਾਰੀ ਸਨੀ ਦਿਓਲ ਨੂੰ ਬੋਲੀ ਸੀ ਕਿ ਬਾਈ ਇਹ ਤਾਂ ਸਾਡੀ ਹੋਂਦ ਦਾ ਮਸਲਾ ਹੈ, ਇਹ ਤਾਂ ਸਾਡੀ ਹੋਂਦ ਮਿਟਾਉਣ ਦੇ ਉੱਤੇ ਨੇ। ਹੁਣ ਕਿ ਸਾਨੂੰ ਹੀ ਖਤਮ ਕਰਨਾ ਚਾਹੁੰਦਾ, ਐਸੈਮੀਲੇਟ ਕਰਨਾ ਚਾਹੁੰਦਾ, ਕੀ ਮਤਲਬ ਹੈਗਾ ਕਿ ਵੀ ਹੌਲੀ ਪੱਗਾਂ ਦਾੜੀਆਂ ਮੁੱਕਦੀਆਂ ਜਾਣ, ਇਹ ਸਾਡੇ ਵਿੱਚ ਹੀ ਮਿਲਦੇ ਚਲੇ ਜਾਣ, ਇਹਨਾਂ ਦੀ ਬੋਲੀ ਬਾਲੀ ਸਾਰਾ ਕੁਝ ਖਤਮ ਕਰ ਦਿਓ। ਤੇ ਉਹੀ ਗੱਲ ਉਸ ਨੂੰ ਪਰੇਸ਼ਾਨ ਕਰਦੀ ਸੀ। ਸਨੀ ਦਿਓਲ ਨੇ ਉਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਉਸਨੇ ਜਵਾਬ ਇਹ ਦਿੱਤਾ ਸੀਗਾ ਕਿ ਯਾਰ ਆਪਾਂ ਕੀ ਕਰ ਸਕਦੇ ਹਾਂ। ਸਨੀ ਦਿਓਲ ਆਪਣੀ ਜਗ੍ਹਾ ਸਹੀ ਸੀਗਾ, ਉਹ ਕੀ ਕਰ ਸਕਦਾ, ਇੱਕ ਐਮਪੀ ਕੀ ਕਰ ਸਕਦਾ। ਸਨੀ ਦਿਓਲ ਨੇ ਉਸਕੋ ਕੀ ਫੇਵਰ ਲਏ ਸੀਗੇ ਕਿ ਇਹਦੇ, ਉਹ ਗੱਲ ਵੱਖਰੀ ਹੈ ਕਿ ਉਸੇ ਕਿਉਂ ਉਹ ਅਟਕਿਆ ਰਿਹਾ। ਇਹ ਗੱਲ ਉਹਨੂੰ ਪਰੇਸ਼ਾਨ ਕਰਦੀ ਰਹੀ। ਇੱਥੋਂ ਦੀ ਉਹ ਪੰਜਾਬ ਦੇ ਨਾਲ ਅਸਲੀ ਉਹ ਇੱਥੋਂ ਜੁੜਿਆ। ਠੀਕ, ਬੇਸ਼ੱਕ ਉਹ ਬੰਬੇ
ਜ਼ਿਆਦਾਤਰ ਬੰਬੇ ਰਹਿੰਦਾ ਸੀਗਾ, ਬੰਬੇ ਦੇ ਦੋਸਤਾਂ ਦੇ ਵਿੱਚ, ਬੰਬੇ ਦੇ ਲੋਕਾਂ ਨਾਲ ਕੰਮ ਕਰਦਾ ਸੀ, ਸਾਰਾ ਕੁਝ ਸੀਗਾ, ਲੇਕਿਨ ਉਸ ਤੇ ਉਹ ਦਿਮਾਗ ਦੇ ਵਿੱਚ ਅਟਕ ਗਈ ਕਿ ਯਾਰ ਇਹ ਤਾਂ ਸਾਨੂੰ ਖਤਮ ਹੀ ਕਰਨਾ ਚਾਹੁੰਦੇ। ਉਸ ਦੇ ਬਾਅਦ ਲਾਕਡਾਊਨ ਸ਼ੁਰੂ ਹੁੰਦਾ ਤੇ ਉਹ ਗੱਲ ਉਹਨੂੰ ਪਰੇਸ਼ਾਨ ਕਰਦੀ ਉਸ ਨੂੰ ਇੱਕ ਨਿਊਜ਼ ਮਿਲਦੀ ਹੈ ਕਿ ਗੁਰਦੁਆਰਾ ਸਾਹਿਬ ਤੋਂ 328 ਸਰੂਪ ਚੋਰੀ ਹੋ ਗਏ। ਫਿਰ ਚੋਰੀ ਹੋ ਗਏ, ਉਹ ਬੇਅਦਬੀ ਹੋਣੀ ਸ਼ੁਰੂ ਹੋ ਗਈ। ਤੈਨੂੰ ਗੱਲ ਸਮਝ ਆਈ ਕਿ ਯਾਰ ਇਹ ਗੱਲ ਫਿਰ ਉੱਥੇ ਜਾ ਕੇ ਜੁੜਦੀ ਹੈ। ਉਹਨਾਂ ਨੇ ਇਹ ਗੱਲ ਬੋਲੀ ਸੀਗੀ ਕਿ ਇਹਨਾਂ ਨੂੰ ਜਦੋਂ ਆਪਣੇ ਅੰਦਰ ਮਿਲਾਣਾ ਤੇ ਇਹਨਾਂ ਨੂੰ ਉਹ ਗੁਰੂ ਗ੍ਰੰਥ ਸਾਹਿਬ ਤੋਂ ਤੋੜਨਾ ਤੇ ਉਹਦੀ ਜਿਹੜੀ ਬੇਅਦਬੀ ਕਿਉਂ ਕੀਤੀ ਜਾਂਦੀ ਹੈ ਵਾਰ-ਵਾਰ, ਉਹ ਇਸ ਲਈ ਕੀਤੀ ਜਾਂਦੀ ਹੈ ਕਿ ਸਾਡੇ ਲਈ ਇਹ ਨਿਊਜ਼ ਕੋਈ ਨਿਊਜ਼ ਹੀ ਨਾ ਰਹੇ। ਜਦੋਂ ਅਸੀਂ ਪਹਿਲੀ ਵਾਰੀ ਸੁਣਿਆ ਸੀਗਾ, ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰੀ ਸੁਣਿਆ ਕਿ ਇਦਾਂ ਹੋਇਆ ਕਿ ਅੰਗ ਪਾੜ ਕੇ ਤਾਂ ਸੜਕਾਂ ਸੁੱਟ ਕੇ ਮੈਂ ਤਾਂ ਸੋ ਹੀ ਨਹੀਂ ਪਾਇਆ। ਯਾਰ ਐਵੇਂ ਕਿਵੇਂ ਕੋਈ ਕਰ ਸਕਦਾ, ਕਿਉਂਕਿ ਸਾਡੇ ਲਈ ਤਾਂ ਉਹ ਇੱਕ ਜਿਉਂਦੇ ਜਾਗਦੇ ਗੁਰੂ ਨੇ, ਇਨਸਾਨ ਦੀ ਤਰ੍ਹਾਂ ਆਪਾਂ ਉਹਨਾਂ ਨੂੰ ਜਿਉਂਦੇ ਜਾਗਦੇ ਹੀ ਮੰਨਦੇ ਹਾਂ ਉਹਨਾਂ ਨੂੰ। ਤੇ ਲੇਕਿਨ ਹੁਣ ਇੰਨਾ ਜ਼ਿਆਦਾ ਹੁੰਦਾ ਹੈ, ਹੁਣ ਨਿਊਜ਼ ਆਂਦੀ ਵੀ ਆ ਤੇ ਅਸੀਂ ਅੱਗੇ ਕਰ ਦਿੰਦੇ ਹਾਂ ਕਿ ਅੱਜ ਫਲਾਣੀ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਨਾਲ ਬੇਅਦਬੀ ਹੋਈ। ਇੰਨੀ ਆਮ ਕਰਤੀ ਇਹ ਗੱਲ। ਜਦੋਂ ਇਹ ਮਸਲਾ ਹੋਇਆ, ਹੁਣ ਉਸ ਦੇ ਅੰਦਰ ਜੋ ਉਬਾਲ ਸੀਗਾ ਉਹ ਸਿੱਧਾ ਵੀ ਨਹੀਂ ਬੋਲ ਸਕਦਾ ਸੀ। ਉਹ ਕੀ ਕਰੇ? ਤੁਹਾਨੂੰ ਇੱਕ ਗੱਲ ਪਤਾ ਲੱਗੀ ਕਿ ਬਈ ਇਹ ਤਾਂ ਸਾਡੀ ਹੋਂਦ ਹੀ ਮਿਟਾਉਣਾ ਚਾਹੁੰਦੇ, ਤੁਸੀਂ ਕੀ ਕਰੋਗੇ? ਤੁਸੀਂ ਸੜਕ ਤੇ ਖੜੇ ਹੋ ਕੇ ਲੋਕਾਂ ਥੋੜੀ ਬੋਲੋਗੇ ਯਾਰ ਸਾਡੀ ਹੋਂਦ ਮਿਟਾਉਣਾ ਚਾਹੁੰਦੇ। ਕੋਈ ਪਲੇਟਫਾਰਮ ਤੇ ਹੋਏ, ਕੋਈ ਜਗ੍ਹਾ ਤੇ ਹੋਏ। ਉਸਨੇ ਸਿੰਬੋਲਿਕ ਤਰੀਕੇ ਦੇ ਨਾਲ ਲਾਕਡਾਊਨ ਦੇ ਵਿੱਚ ਜਦੋਂ ਬਾਰ-ਬਾਰ ਆ ਕੇ ਲਾਈਵ ਦੇ ਵਿੱਚ ਬੋਲਿਆ 328 ਸਰੂਪਾਂ ਬਾਰੇ ਬੋਲਣਾ ਸ਼ੁਰੂ ਕੀਤਾ, ਅਸਲ 'ਚ ਉਹਦੀ ਸ਼ੁਰੂਆਤ ਸੀਗੀ। ਠੀਕ ਹੈ, ਉਹ ਆਪਣੀ ਗੱਲ ਉਦੋਂ ਕਹਿ ਰਿਹਾ ਸੀਗਾ ਕਿ ਸਾਡੀ ਹੋਂਦ ਦਾ ਮਸਲਾ। ਫਿਰ ਉਸ ਦੇ ਬਾਅਦ ਜਦੋਂ ਕਿਸਾਨ ਅੰਦੋਲਨ ਚਾਲੂ ਹੋਇਆ, ਉੱਥੇ ਉਹਨੂੰ ਪਲੇਟਫਾਰਮ ਮਿਲਿਆ। ਉੱਥੇ ਆ ਕੇ ਉਹ ਤਾਂ ਹਮੇਸ਼ਾ ਕਹਿੰਦਾ ਸੀ ਕਿ ਯਾਰ ਐਮਐਸਪੀ ਤਾਂ ਠੀਕ ਹੈ, ਇਹਦੇ ਐਮਐਸਪੀ ਤੇ ਮਿਲ ਜੇਗੀ, ਐਮਐਸਪੀ ਮਿਲਣ ਨਾਲ ਕੋਈ ਜ਼ਿਆਦਾ ਕੁਝ ਨਹੀਂ ਹੋਣਾ। ਉਹ ਵੀ ਆਪਾਂ ਸਵਾਲ ਤੇ ਅੱਗੇ ਆ ਜਾਵਾਂਗੇ ਕਿ ਸਾਨੂੰ ਉਹ ਚੋਂ ਖੱਟਿਆ ਕੀ ਅਸੀਂ। ਇਹ ਜਿਹੜੀ ਹੋਂਦ ਦਾ ਮਸਲਾ ਹੈ, ਇਹ ਉੱਥੋਂ ਦੀ ਗੱਲ ਨਿਕਲੀ ਸੀ। ਠੀਕ ਹੈ, ਹੁਣ ਇਹ ਗੱਲਾਂ ਜਦੋਂ ਲੋਕਾਂ ਨੂੰ ਪਤਾ ਚੱਲੇਗੀਆਂ ਤਾਂ ਲੋਕਾਂ ਨੂੰ ਸਮਝ ਆਏਗਾ ਕਿ ਯਾਰ ਹੁਣ ਕਈ ਸਾਡੇ, ਮੇਰਾ ਇੱਕ ਦੋਸਤ ਹੈ ਮਨੀਲਾ ਚ ਰਹਿੰਦਾ, ਉਹ ਪਹਿਲਾਂ ਦੀਪ ਸਿੱਧੂ ਬਹੁਤ ਗਾਲਾਂ ਕੱਢਦਾ ਹੈ। ਫਿਰ ਜਦੋਂ ਉਹਨੇ ਬਾਅਦ ਚੋਂ ਹੁਣ ਉਹ ਰੋਂਦਾ, ਕਹਿੰਦਾ ਭਾਜੀ ਮੈਂ ਆਪਣੇ ਆਪ ਨੂੰ ਗੋਲੀ ਮਾਰਨ ਨੂੰ ਦਿਲ ਕਰਦਾ ਕਿ ਮੈਂ ਉਹਦੇ ਖਿਲਾਫ ਬੋਲਦਾ ਰਿਹਾ, ਪੋਸਟਾਂ ਪਾਉਂਦਾ ਰਿਹਾ ਉਹਦੇ ਖਿਲਾਫ। ਤੇ ਉਹ ਇੰਨਾ ਯਾਰ ਵੱਡਾ ਬੰਦਾ ਸੀਗਾ। ਹਾਲੇ ਮੈਂ ਉਹੀ ਗੱਲ ਜਿੱਦਾਂ ਸ਼ੁਰੂ ਕੀਤੀ ਕਿ ਹਾਲੇ ਤੇ ਲੋਕਾਂ ਦੇ ਅੱਗੇ ਖੁੱਲਣਾ। ਹੁਣ ਸ਼ਾਇਦ ਜਿਹੜੀ ਮੈਂ ਗੱਲ ਅੱਜ ਕੀਤੀ ਹੈ, ਬੜੇ ਸਾਰੇ ਲੋਕਾਂ ਨੂੰ ਅੱਜ ਪਤਾ ਲੱਗੀ ਹੋਵੇ, ਔਰ ਇਹ ਲੋਕਾਂ ਦੇ ਦਿਲ ਦੇ ਅੰਦਰ ਦੀਪ ਸਿੱਧੂ ਕੀ ਸੀ, ਉਹ ਉਸ ਦੀ ਇਮੇਜ ਹੋਰ ਉੱਪਰ ਜਾਏਗੀ। ਹਾਲੇ ਆਉਣ ਵਾਲੇ ਸਾਲਾਂ ਵਿੱਚ ਨਹੀਂ, ਦਹਾਕਿਆਂ ਦੇ ਵਿੱਚ ਦੀਪ ਸਿੱਧੂ ਦੀ ਇਮੇਜ ਇਹ ਨਹੀਂ ਹੋਣੀ, ਕਿਉਂਕਿ ਹਾਲੇ ਜੋ ਉਸ ਦੇ ਬੋਲ ਕੇ ਗਿਆ ਹੋਇਆ, ਉਸਦੇ ਜੋ ਟੌਪਿਕ ਹੈਗੇ, ਜਦੋਂ ਡੀਪ ਸਟੇਟ ਦੇ ਬਾਰੇ ਗੱਲ ਕਰਦਾ, ਜਦੋਂ ਉਹ ਨਿਊ ਵਰਲਡ ਆਰਡਰ ਦੀ ਗੱਲਾਂ ਕਰਦਾ, ਜਦੋਂ ਉਹ ਜਿਓ ਪੋਲਿਟਿਕਸ ਦੀ ਗੱਲਾਂ ਕਰਦਾ, ਜਦੋਂ ਫੈਡਰਲ ਸਟਰਕਚਰ ਦੀ ਗੱਲਾਂ ਕਰਦਾ, ਇਹ ਆਮ ਪੰਜਾਬੀ ਨੂੰ ਨਹੀਂ ਸਮਝ ਆਉਂਦੀਆਂ। ਹਾਲੇ ਸਮਝ ਆਉਣਗੀਆਂ 4-5 ਸਾਲਾਂ ਬਾਅਦ, 8-10 ਸਾਲਾਂ ਬਾਅਦ ਸਮਝ ਆਉਣਗੀਆਂ। ਹਾਲੇ ਤੁਸੀਂ ਡੀਪ ਸਟੇਟ ਕਿਸੇ ਨੂੰ ਪੰਜਾਬੀ ਨੂੰ ਪੁੱਛ ਕੇ ਵੇਖ ਲਓ ਪੰਜਾਬ ਦੇ ਅੰਦਰ, ਮੈਂ ਨਹੀਂ ਮੰਨਦਾ ਕਿ ਕੋਈ 10,000 ਚੋਂ ਇੱਕ ਵੀ ਦੱਸ ਸਕੇਗਾ। ਜਦੋਂ ਇਹ ਲੋਕਾਂ ਨੂੰ ਸਮਝ ਆਣਗੇ, ਲੋਕੀ ਇਹ ਸੋਚਣਗੇ, ਸਿਰ ਫੜ ਕੇ ਬੈਠਣਗੇ ਕਿ ਯਾਰ ਇਹ ਬੰਦਾ ਏਦਾਂ ਇੰਨੀ ਪਹਿਲਾਂ ਭੁੱਲ ਗਿਆ ਨਾ। ਉਸ ਦੀ ਇਮੇਜ ਹਾਲੇ ਬਹੁਤ ਉੱਪਰ ਜਾਣੀ ਹੈ। ਇਹ ਮੈਨੂੰ ਇਹ ਲੱਗਦਾ ਕਿ ਹਾਲੇ ਇਹ ਸਭ ਹੋਣਾ ਦੀਪ ਸਿੱਧੂ ਭਾਈ ਦੇ ਨਾਲ। ਨਾਰੂ ਸਾਹਿਬ, ਤੁਸੀਂ ਵੀ ਤਾਂ ਗੁਰਦਾਸਪੁਰ ਤੋਂ? ਹਾਂਜੀ। ਤੇ ਜੋ ਇਹਨਾਂ ਨੇ ਦੱਸਿਆ ਗੁਰਦਾਸਪੁਰ ਦੇ ਬਾਰੇ, ਸਨੀ ਦਿਓਲ ਦੇ ਬਾਰੇ, ਤੁਹਾਡੀ ਕੀ ਆਬਜ਼ਰਵੇਸ਼ਨ ਹੈ ਇਹਦੇ ਬਾਰੇ? ਮੇਰੇ ਖਿਆਲ 'ਚ ਉਹਨਾਂ ਦੇ ਸਨੀ ਦਿਓਲ ਦੇ ਫਾਦਰ ਸਾਹਿਬ ਧਰਮਿੰਦਰ ਹੋਰਾਂ ਦੇ ਬਿਆਨ ਆਏ ਸੀਗੇ ਉਦੋਂ ਕਿ ਜੇ ਮੈਨੂੰ ਪਤਾ ਹੁੰਦਾ ਕਿ ਚੌਧਰੀ ਸਾਹਿਬ ਦਾ ਮੁੰਡਾ ਇਲੈਕਸ਼ਨ 'ਚ ਖਲੋਤਾ ਵਾ ਤੇ ਮੈਂ ਕਦੀ ਟਿਕਟ ਲੈਣ ਨਹੀਂ ਦੇਣੀ ਸਨੀ ਦਿਓਲ ਨੂੰ, ਰਾਈਟ, ਕਿਉਂਕਿ ਇਹਨਾਂ ਦੇ ਪਰਿਵਾਰਿਕ ਸੰਬੰਧ ਸੀਗੇ, ਇੱਜ਼ਤ ਮਾਣ ਸੀਗਾ, ਸਾਰੇ ਕੰਮ ਸੀਗੇ। ਸੋ ਦੈਟ ਵਾਜ਼ ਅ ਟ੍ਰੈਜਡੀ, ਕਿਉਂਕਿ ਸਨੀ ਦਿਓਲ ਇਜ਼ ਐਨ ਆਊਟਸਾਈਡਰ ਟੂ ਗੁਰਦਾਸਪੁਰ, ਜਿੱਦਾਂ ਕਿ ਵਿਨੋਦ ਖੰਨਾ ਸੀਗਾ। 2 ਟਰਮ ਵਿਨੋਦ ਖੰਨਾ ਰਹਿ ਚੁੱਕੇ ਨੇ ਉੱਥੇ MP, 10 ਸਾਲ ਉਹਨਾਂ ਨੇ ਲਾਏ, ਸਨੀ ਦਿਓਲ ਆ ਗਏ, 5 ਸਾਲ ਇਹਨਾਂ ਦੇ ਹੋ ਗਏ। ਸੋ ਉਹ ਜਿਹੜਾ ਬੈਕਵਰਡ ਏਰੀਆ ਹੀ ਰਹਿ ਗਿਆ। ਭਾਵੇਂ ਵਿਨੋਦ ਖੰਨਾ ਜੀ ਕਹਿੰਦੇ ਰਹੇ ਜੀ ਮੈਂ ਇਹਨੂੰ ਪੈਰਿਸ ਬਣਾ ਦਾਂਗਾ, ਮੈਂ ਫਲਾਣਾ ਕਰ ਦਾਂਗਾ, ਐਟ ਦੀ ਐਂਡ ਆਫ ਦ ਡੇ ਜਿੱਦਾਂ ਇੱਕ ਫੈਡਰਲ ਸਟਰਕਚਰ ਦੇ ਵਿੱਚ ਕੰਮ ਦਾ ਵੱਧ ਤੋਂ ਵੱਧ ਜਿਹੜੇ MP ਹੁੰਦੇ ਨੇ ਉਹ ਗਵਰਨਮੈਂਟ ਪਾਲਿਸੀਜ਼ ਨੂੰ ਅਫੈਕਟ ਕਰ ਸਕਦੇ ਆ। ਫॉर दैट दे हैव टू बी वेरी एक्टिव इन पॉलिटिक्स। ये ਜਿਹੜੇ ਐਕਟਰਸ ਨੇ ਦੇ ਆਰ ਨਾਟ ਸੋ ਐਕਟਿਵ।
ਹੋ ਸਕਦਾ ਬਲਰਾਮ ਜਾਖੜ ਦਾ ਮੁੰਡਾ ਸੁਨੀਲ ਜਾਖੜ ਜੇ ਇਲੈਕਟ ਹੁੰਦਾ ਥਿੰਗਸ ਮਾਈਟ ਬੀ ਡਿਫਰੈਂਟ। ਬਿਲਕੁਲ ਬਿਲਕੁਲ। ਲੇਕਿਨ ਲੋਕੀ ਉਹ ਜਦੋਂ ਸਨੀ ਦਿਓਲ ਨੇ ਬੋਲਿਆ ਜੀ ਮੈਂ ਨਲਕਾ ਪੁੱਟ ਲਿਆ ਵਾ ਤੇ ਹੁਣ ਨਲਕੇ ਨਾਲ ਹੀ ਸਾਰਿਆਂ ਨੂੰ ਕੁੱਟ ਦੇਣਾ, ਉਹ ਦੈਟ ਵੇ ਦੇ ਹੀਰੋ ਵਰਸ਼ਿਪ ਜਦੋਂ ਕਰਦੇ ਆ, ਸੋ ਡਿਵੈਲਪਮੈਂਟ ਜਿਹੜੀ ਆ ਉਹ ਬੈਕ ਸਟੇਜ ਲੈ ਜਾਂਦੀ ਹੈ। ਕਾਬਲੀਅਤ, ਡਿਵੈਲਪਮੈਂਟ ਔਰ ਸਟਾਰ ਪਾਵਰ ਇਜ਼ ਐਵਰੀਥਿੰਗ। ਤੇ ਇਹ ਵੀ ਬੰਬੇ ਦੇ ਜਿਹੜੀ ਫਿਲਮ ਇੰਡਸਟਰੀ ਆ ਉਹਦੇ ਜਿਹੜੇ ਸਟਾਰਸ ਨੇ, ਬਹੁਤੇ ਸਟਾਰ ਤੇ ਪੰਜਾਬ ਤੋਂ ਗਏ ਨੇ, ਗੁਰਦਾਸਪੁਰੋਂ ਗਏ ਨੇ ਜਿੱਦਾਂ ਕਿ, ਤੇ ਅੰਮ੍ਰਿਤਸਰੋਂ ਗਏ ਨੇ, ਤੇ ਜਾਂ ਲੁਧਿਆਣੇ ਤੋਂ ਗਏ ਨੇ ਜਿੱਦਾਂ ਧਰਮਿੰਦਰ ਜੀ ਗਏ ਨੇ। ਸੋ ਇਸ ਕਰਕੇ ਇਹ ਸਟਾਰ ਪਾਵਰ ਜਿਹੜੀ ਹੈ ਇਹਨੂੰ ਤੁਸੀਂ ਰੈਗੂਲਰ ਪੋਲੀਟੀਸ਼ੀਅਨ ਬੀਟ ਨਹੀਂ ਕਰ ਸਕਦਾ। ਇਹ ਟਾਈਮ ਐਂਡ ਅਗੇਨ ਗੁਰਦਾਸਪੁਰ ਜ਼ਿਲ੍ਹੇ ਨੇ ਦੇ ਆਰ ਸਟਾਰ ਸਟਰਕ ਪੀਪਲ, ਭਾਵੇਂ ਬਾਰਡਰ ਏਰੀਆ ਵਾ ਜਿੱਦਾਂ ਵੀ ਆ, ਮਗਰ ਸਟਾਰ ਸਟਰਕ ਆ। ਵਿਨੋਦ ਖੰਨੇ ਨੂੰ 2 ਵਾਰੀ ਜਿਤਾਇਆ, ਇੱਕ ਵਾਰੀ ਸਨੀ ਦਿਓਲ ਆਇਆ ਉਹਨੂੰ ਜਿਤਾ ਦਿੱਤਾ। ਸੋ ਬਟ ਦੀ ਐਂਡ ਆਫ ਦ ਡੇ ਜਦੋਂ ਇਹ ਡੀਪ ਸਟੇਟ ਦੀ ਗੱਲ ਕਰਦੇ ਹਾਂ ਜਾਂ ਹੋਰ ਸਟੇਟ ਦੀ ਗੱਲ ਕਰਦੇ ਹਾਂ ਜਾਂ ਫੈਡਰਲ ਸਟਰਕਚਰ ਦੀ ਢਾਂਚੇ ਦੀ ਗੱਲ ਕਰਦੇ ਹਾਂ, ਇਹ ਇੱਕ ਐਸਾ ਲੌਪਸਾਈਡਡ ਤਰੀਕਾ ਆ ਕਿ ਹਾਂ ਵੀ ਜੇ ਪੰਜਾਬ ਨੇ ਜਦੋਂ ਅੱਤਵਾਦ ਦਾ ਜ਼ਮਾਨਾ ਸੀਗਾ ਉਹਨੂੰ ਕੰਬੈਟ ਕਰਨ ਵਾਸਤੇ ਫੈਡਰਲ ਟਰੂਪਸ ਜਿਹੜੇ ਉੱਥੇ ਸਟੇਸ਼ਨ ਕੀਤੇ, ਪੈਰਾਮਿਲਟਰੀ ਫੋਰਸਿਸ ਉੱਥੇ ਆਈਆਂ, ਉਹਨਾਂ ਨੇ ਸਾਰੀ ਮੂਵਮੈਂਟ ਕੀਤੀ, ਉਹਦਾ ਸਾਰਾ ਖਰਚਾ ਉਹਨਾਂ ਨੇ ਪੰਜਾਬ ਤੇ ਪਾ ਦਿੱਤਾ, ਬੋਝ ਪਾ ਦਿੱਤਾ ਕਿ ਹਾਂ ਵੀ ਇਹ ਰਿਕਵਰ ਕਰਨਾ ਹੈ। ਕਿਉਂਕਿ ਉਹ ਜੰਗ ਜਿਹੜੀ ਸੀਗੀ ਪੰਜਾਬ ਦੀ ਨਹੀਂ ਸੀ ਹੈਗੀ, ਉਹ ਜਿਹੜੀ ਜੰਗ ਸੀਗੀ ਉਹ ਹਿੰਦੁਸਤਾਨ ਦੀ ਜੰਗ ਸੀਗੀ, ਉਹ ਪੰਜਾਬ ਦੀ ਨਹੀਂ ਸੀ ਹੈਗੀ। ਅੱਜ ਪੰਜਾਬ ਕਰਜ਼ੇ 'ਚ ਕਿਉਂ ਡੁੱਬਿਆ ਹੋਇਆ? ਕਿਉਂਕਿ ਉਸ ਪੀਰੀਅਡ 'ਚ ਜਿਹੜਾ ਬਲੈਕ ਪੀਰੀਅਡ ਆ 8-10 ਸਾਲ ਦਾ, ਜਿੰਨਾ ਵੀ ਫੋਰਸਿਸ ਦਾ ਖਰਚਾ ਹੈ ਪੰਜਾਬ ਤੇ ਉਹ ਸਾਰਾ ਉਹਨਾਂ ਨੇ ਪੰਜਾਬ ਤੇ ਲੋਡ ਕਰਤਾ। 2-3 ਲੱਖ ਕਰੋੜ ਜਦੋਂ ਲੋਡ ਕਰ ਦੋਗੇ ਇੱਕ ਸਟੇਟ ਦੇ ਉੱਤੇ, ਉਹਦਾ ਬਜਟ ਲੌਪਸਾਈਡ ਹੋ ਜਾਏਗਾ। ਫਿਰ ਉੱਤੇ ਇੰਟਰਸਟ ਤੇ ਇੰਟਰਸਟ ਲੱਗਣਾ ਸ਼ੁਰੂ ਹੋ ਜਾਏਗਾ ਐਂਡ ਯੂ ਕਾਂਟ ਬੀਟ ਦੈਟ। ਅੱਜ ਦੇ ਦਿਨ ਵੀ ਤੁਸੀਂ ਵੇਖੋ, ਡਾਕਟਰ ਮਨਮੋਹਨ ਸਿੰਘ ਆਏ ਉਦੋਂ ਅਸੀਂ ਸਮਝਦੇ ਸੀਗੇ ਕਿ ਹਾਂ ਵੀ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਆ, ਉਹਨਾਂ ਦੇ ਹੁਸ਼ਿਆਰਪੁਰ ਪੜ੍ਹੇ ਨੇ, ਅੰਮ੍ਰਿਤਸਰ ਵੀ ਰਹਿੰਦੇ ਰਹੇ, ਇੱਥੇ ਵੀ ਪੜ੍ਹਦੇ ਰਹੇ ਨੇ, ਉਹਨਾਂ ਦੇ ਰਿਸ਼ਤੇਦਾਰ ਵੀ ਗੋਲ ਹੱਟੀ ਉੱਥੇ ਹੈਗੀ ਆ, ਰਾਈਟ, ਉਹਨਾਂ ਦੇ ਮਦਰ ਵੱਲੋਂ। ਅਸੀਂ ਚਾਹੁੰਦੇ ਸੀ ਕਿ ਉਹ ਕੋਈ ਪੰਜਾਬ ਵਾਸਤੇ ਕਰਨਗੇ, ਮਗਰ ਉਹਨਾਂ ਨੇ ਹਿੰਦੁਸਤਾਨ ਵਾਸਤੇ ਸਭ ਕੁਝ ਕਰਤਾ। ਹਿੰਦੁਸਤਾਨ ਨੂੰ ਪੋਲੀਟੀਕਲੀ ਅਪਲਿਫਟ ਕਰਤਾ, ਹਿੰਦੁਸਤਾਨ ਨੂੰ ਇਕਨੋਮਿਕਲੀ ਅਪਲਿਫਟ ਕਰਤਾ। ਅੱਜ ਜੋ ਵੀ ਅਸੀਂ ਇੰਡੀਆ 'ਚ ਵੇਖਦੇ ਹਾਂ, ਜੋ ਵੀ ਮੋਦੀ ਜੀ ਕਰਦੇ ਪਏ ਨੇ, ਤੇ ਸਾਰੇ ਪਿੱਛੇ ਡਾਕਟਰ ਮਨਮੋਹਨ ਸਿੰਘ ਦੇ ਕੀਤੀਆਂ, ਉਹਨਾਂ ਦੇ ਜੇ ਦੇਣ ਦੇ ਨਹੀਂ ਸਕਦਾ ਹਿੰਦੁਸਤਾਨ, ਰਾਈਟ। ਮਗਰ ਪੰਜਾਬ ਨੂੰ ਉਹਨਾਂ ਨੇ ਮਦਦ ਕਰਨ ਤੋਂ ਰਿਫਿਊਜ਼ ਕਰਤਾ। ਕੀਤੀ ਆ ਲਿਮਿਟਿਡ ਮਦਦ ਕੀਤੀ ਹੈ, ਜੇ 75,000 ਕਰੋੜ ਜਾਂ ਕੁਛ ਕਰੋੜ ਮਾਫ ਕਰਕੇ। ਉਹਨਾਂ ਨੂੰ ਚਾਹੀਦਾ ਸੀ ਕਿ ਸਾਰਾ ਇੱਕੋ ਵਾਰੀ ਸਲੇਟ ਫੜ ਕੇ ਸਾਫ਼ ਕਰ ਜਾਂਦੇ, ਤਾਂ ਕਿ ਇੱਕ ਸਟੇਟ ਆਪਣੇ ਪੈਰਾਂ 'ਤੇ ਖਲੋ ਜਾਂਦਾ। ਜਾਂ ਅੱਜ ਦੇ ਦਿਨ ਆਮ ਆਦਮੀ ਪਾਰਟੀ ਆਈ, ਉਹ ਕਹਿੰਦੇ ਜੀ ਕਾਫਰ ਐਮਟੀ ਨੇ। ਕਾਫਰ ਐਮਟੀ ਨਹੀਂ ਹੈਗੇ। ਜੇ 100 ਰੁਪਈਆ ਅਸੀਂ ਕਮਾਈ ਕਰਦੇ ਹਾਂ ਟੈਕਸਿਸ ਦੇ ਵਿੱਚ, ਸਾਡੇ 40 ਰੁਪਈਏ ਦੇ ਵਿਆਜ 'ਚ ਚਲੇ ਜਾਂਦੇ ਆ, ਅਤੇ 60 ਰੁਪਈਏ ਨਾਲ ਅਸੀਂ ਕੀ ਕਰਾਂਗੇ? ਉਹ ਇਸ ਕਰਕੇ ਉਹ ਕਹਿੰਦੇ ਜੀ ਕਾਫਰ ਐਮਟੀ ਨੇ। ਸੋ ਇਹ ਸ਼ਾਇਦ ਹੋ ਸਕਦਾ ਦੀਪ ਸਿੱਧੂ, ਕਿਉਂਕਿ ਰਿੰਗ ਸਾਈਡ ਵਿਊ ਆ ਗਿਆ, ਜਦੋਂ ਸਨੀ ਦਿਓਲ ਦੇ ਨਾਲ ਬੈਠੇ, ਪੋਲੀਟੀਕਲ ਮੀਟਿੰਗਾਂ 'ਚ ਗਏ, ਹੋਰ ਕੰਮ ਕੀਤਾ, ਹਾਈ ਕਮਾਂਡ ਨਾਲ ਮੀਟਿੰਗ ਕੀਤੀਆਂ, ਬੀਜੇਪੀ ਦੀ ਥਿੰਕ ਟੈਂਕ ਨਾਲ ਮੀਟਿੰਗ ਕੀਤੀ, ਕਿਉਂਕਿ ਬੀਜੇਪੀ ਦੀ ਥਿੰਕ ਟੈਂਕ ਬੜੀ ਸਟਰੋਂਗ ਆ। ਉਹਨਾਂ ਨਾਲ ਮੀਟਿੰਗ ਕੀਤੀ, ਉਹਨਾਂ ਨੇ ਨਵੇਂ ਐਮਪੀ ਨੂੰ ਸਮਝਾਇਆ ਹੋਣਾ ਕਿ ਆਹ ਤੂੰ ਕਰ ਸਕਦਾ, ਆਹ ਨਹੀਂ ਕਰ ਸਕਦਾ, ਆਹ ਕਰ ਸਕਦਾ। ਹੀ ਵਾਜ਼ ਏ ਪ੍ਰਿਵੀ ਟੂ ਦ ਮੀਟਿੰਗ। ਜਦੋਂ ਐਨਲਾਈਟਮੈਂਟ ਆਉਂਦੀ ਆ ਤੇ ਫਿਰ ਬੰਦਾ ਨਾ ਸੋਚਣਾ ਸ਼ੁਰੂ ਕਰ ਦਿੰਦਾ, ਮਜਬੂਰ ਹੋ ਜਾਂਦਾ ਕਿ ਮੈਂ ਕੀ ਠੀਕ ਰਸਤੇ 'ਤੇ ਹੈਗਾ। ਅਤੇ ਫਿਰ ਉਸ ਤੋਂ ਬਾਅਦ ਪਹਿਲਾਂ ਤਾਂ ਹੀ ਵਾਜ਼ ਜਸਟ ਏ ਲਾਇਰ, ਕਾਰਪੋਰੇਟ ਲਾਇਰ ਸੀਗਾ, ਐਕਟਰ ਸੀਗਾ, ਹੋਰ ਚੀਜ਼ਾਂ ਸੀਗਾ, ਸੋਸ਼ਲ ਐਕਟਿਵਿਸਟ ਸੀਗਾ, ਬਟ ਹੀ ਵਾਜ਼ ਲਿਮਿਟਡ ਟੂ ਬੰਬੇ। ਫਿਰ ਉਹਨੇ ਸੋਚਿਆ ਕਿ ਨਹੀਂ, ਮੈਨੂੰ ਇਹ ਜਿਹੜੀ ਜਾਣਕਾਰੀ ਹੈ ਆਈ ਸ਼ੁੱਡ ਟੇਕ ਇਟ ਟੂ ਦੀ ਮਾਸਸ, ਜਿੱਦਾਂ ਤੁਸੀਂ ਗੱਲ ਕੀਤੀ ਹੈ। ਅਤੇ ਉਹਨਾਂ ਨੇ ਕੋਈ ਆਪਣੇ ਤਰੀਕੇ ਨਾਲ ਉਪਰਾਲਾ ਸ਼ੁਰੂ ਕੀਤਾ। ਜਦੋਂ ਕਿਸਾਨ ਜੈਨੀਫਿਕੇਸ਼ਨ ਹੋਈ, ਉਹਨਾਂ ਨੇ ਜਾ ਕੇ ਉੱਥੇ ਤਰਲੇ ਮਿਹਨਤ ਮਾਰੇ, ਜੀ ਮੈਨੂੰ ਸਟੇਜ ਦਿਓ। ਪਹਿਲਾਂ ਤਾਂ ਨਾ ਕਰਤੀ, ਬਾਅਦ 'ਚ ਉਹਨੇ ਬੋਲਿਆ ਠੀਕ ਹੈ ਤੈਨੂੰ ਦੇ ਦਿੰਦੇ ਹਾਂ ਸਟੇਜ। ਉਹ ਸਟੇਜ ਉਹਨਾਂ ਨੇ ਯੂਟੀਲਾਈਜ਼ ਕੀਤੀ, ਰਾਈਟ। ਆਪਣੇ ਸਪੀਚਸ ਦੇਣੀਆਂ ਸ਼ੁਰੂ ਕੀਤੀਆਂ, ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ, ਲੋਕਾਂ ਨੇ ਨੋਟਿਸ ਕਰਨਾ ਸ਼ੁਰੂ ਕੀਤਾ। ਮਗਰ ਉਸੇ ਕਿਸਾਨ ਅੰਦੋਲਨ ਦੇ ਵਿੱਚ ਜਦੋਂ ਇੱਕ ਟਰੈਕਟਰ ਟਰਾਲੀਆਂ ਦਾ ਜਲੂਸ ਨਿਕਲਦਾ ਆ, ਹੀ ਵਾਜ਼ ਦੀ ਵਨ ਕਿ ਜਿੰਨੇ ਉਹਦਾ ਡਿਵਰਸ਼ਨ ਕਰਕੇ ਤੇ ਰੈੱਡ ਫੋਰਟ ਨੂੰ ਇੱਕ ਸੈਗਮੈਂਟ ਲੈ ਗਿਆ ਅਨਆਥੋਰਾਈਜ਼ਡ। ਨਹੀਂ ਉਹ ਨਹੀਂ ਲੈ ਕੇ ਗਏ, ਬਹੁਤ ਬਾਅਦ ਚ ਗਏ। ਜਦ ਤੱਕ ਦੀਪ ਭਾਜੀ ਲਾਲ ਕਿਲ੍ਹਾ ਪਹੁੰਚੇ ਸੀਗੇ ਤਾਂ ਤੱਕ ਤਾਂ ਨਿਸ਼ਾਨ ਸਾਹਿਬ ਵੀ। ਬਟ ਉਹ ਜਿਹੜਾ ਮਸਲਾ ਇਹ ਹੈ ਕਿ ਜਦੋਂ ਇੱਕ ਪਾਸੇ ਸਾਰਾ ਮੀਡੀਆ ਮੇਨ ਜਿਹੜਾ ਕਾਫਲਾ ਸੀਗਾ ਉਹਨੂੰ ਕਵਰ ਕਰਦਾ ਪਿਆ ਸੀਗਾ, ਫੁੱਲ ਸੁੱਟਦੇ ਪਏ ਸੀ ਲੋਕੀ, ਇੱਕ ਸੈਗਮੈਂਟ ਉਹ 'ਚ ਡਿਵਰਸ਼ਨ ਕਿੱਦਾਂ ਹੋ ਗਈ।
ਇਹ ਬਗੈਰ ਸਰਕਾਰ ਦੀ ਮਰਜ਼ੀ ਤੋਂ ਡਿਵਰਸ਼ਨ ਨਹੀਂ ਹੋ ਸਕਦਾ। ਨਹੀਂ ਤੁਸੀਂ 25 ਤਰੀਕ ਨੂੰ ਜਿੰਨੀਆਂ ਵੀ ਸੀਗੀਆਂ ਕਿਸਾਨ ਆਗੂ ਸਾਰੇ ਬੋਲਦੇ ਰਹੇ, ਜਿੰਦਰਦੀਪ ਸਿੰਘ ਤੋਂ ਲੈ ਕੇ ਟਕੈਤ ਤੋਂ ਲੈ ਕੇ ਸਭ ਨੇ ਬੋਲਿਆ ਕਿ ਅਸੀਂ ਲਾਲ ਕਿਲੇ ਜਾਵਾਂਗੇ। ਸਿਰਫ ਦੀਪ ਸਿੱਧੂ ਨੇ ਨਹੀਂ ਬੋਲਿਆ। ਇੱਕ ਵੀ ਵੀਡੀਓ ਦਿਖਾ ਦਿਓ ਤੁਸੀਂ ਜੋ ਹੋਵੇ। ਨਹੀਂ, ਜਿਹੜੇ ਇਹਨਾਂ ਦੇ ਪੁਲਿਸ ਦੇ ਨਾਲ ਬਹਿ ਕੇ ਮੰਡਵਾਲੀ ਹੋ ਗਈ ਸੀਗੀ ਕਿ ਉਹਨਾਂ ਦਾ ਐਗਰੀਮੈਂਟ ਹੋ ਗਿਆ ਕਿ ਅਸੀਂ ਉਸ ਪਾਸੇ ਨਹੀਂ ਜਾਣਾ, ਮਗਰ ਉਹ ਸੈਕਸ਼ਨ ਫੇਰ ਵੀ ਬ੍ਰੇਕ ਕਰਕੇ ਉਧਰ ਜਾਂਦਾ ਹੈ। 25 ਤਰੀਕ ਨੂੰ ਸਮਝੌਤਾ ਕੀਤਾ ਗਿਆ ਕਿਸਾਨ ਆਗੂਆਂ ਨੇ, ਫਿਰ ਉਹ ਸਟੇਜ ਤੇ ਨਹੀਂ ਆਏ। ਤੁਸੀਂ ਵੀਡੀਓ ਦੇਖੋ ਉਹਦੇ 25 ਤਰੀਕ ਵਾਲਾ ਇੰਨਾ ਜ਼ਿਆਦਾ ਬਵਾਲ ਹੋਇਆ। ਜੋ ਚੀਜ਼ ਸਾਨੂੰ ਕਲਸੀ ਸਾਹਿਬ ਨੇ ਅੱਗੇ ਦੱਸੀ ਆ ਹੁਣੇ ਇੰਟਰਵਿਊ ਦੇ ਵਿੱਚ, ਉਹਨੂੰ ਅਸੀਂ ਐਕਸਪੈਂਡ ਕਰਦੇ ਹੋਏ ਜੋ ਮੈਂ ਸਮਝਦਾ ਉਹਦੇ ਵਿੱਚ ਕਿ ਇਹ ਜਿਹੜਾ ਸੈਗਮੈਂਟ ਜਿਹੜਾ 5000 ਜਣਿਆਂ ਦਾ ਜਿਹੜਾ ਲਾਲ ਕਿਲੇ ਵੱਲ ਗਿਆ ਸੀਗਾ, ਮੇਨ ਕਾਫਲੇ ਨੂੰ ਛੱਡ ਕੇ ਉਹਦੇ ਵਿੱਚ ਇਹ ਵੀ ਉਲਟਾ ਜੇ। ਹਾਂਜੀ, ਜਿਹੜੀ ਜਿੱਥੇ ਰਾਜੇਵਾਲ ਸਾਹਿਬ ਜਾ ਰਹੇ ਉੱਥੇ ਤਾਂ ਬੰਦਾ ਹੀ ਕੋਈ ਨਹੀਂ ਗਿਆ। ਉੱਥੋਂ ਦੇ ਨੂੰ ਮੁੜਨਾ ਪੈ ਗਿਆ ਕਿਉਂਕਿ ਖਾਲੀ ਸੀਗੇ। ਉਹਦੇ ਨਾਲ ਤਾਂ ਸਿਰਫ 100 ਗੱਡੀਆਂ ਨਹੀਂ ਸੀ। ਤੇ ਜਿੱਧਰ ਇੱਧਰ ਨੂੰ ਤਾਂ ਸਾਰਾ ਲੱਖ ਬੰਦਾ ਇੱਧਰ ਨੂੰ ਚੱਲ ਗਿਆ। ਜੋ ਮੇਰਾ ਆਪਣਾ ਵਿਊ ਆ, ਨਜ਼ਰੀਆ ਜਿਹੜਾ ਅਸੀਂ ਉਸ ਵੇਲੇ ਵੇਖਿਆ ਵਾ ਕਿ ਜਦੋਂ ਇਹ ਸੈਗਮੈਂਟ ਮੁੜ ਕੇ ਤੇ ਲਾਲ ਕਿਲੇ ਵੱਲ ਨੂੰ ਗਿਆ ਵਾ, ਇੱਕ ਪਾਰਟ ਉਹਦਾ ਟੁੱਟ ਕੇ ਚਲਾ ਗਿਆ ਵਾ, ਉਹਦੇ ਪਿੱਛੇ ਜ਼ਰੂਰ ਸਰਕਾਰ ਦਾ ਹੱਥ ਹੋਏਗਾ ਕਿਤੇ ਨਾ ਕਿਤੇ, ਕਿ ਉਹ ਇਹ ਨਹੀਂ ਚਾਹੁੰਦੇ ਕਿ ਇਹ ਮਾਰਚ ਕਾਮਯਾਬ ਹੋਵੇ। ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਲਾਲ ਕਿਲੇ ਵੱਲ ਪਹੁੰਚ ਗਏ ਨੇ, ਉੱਥੇ ਫੋਰਸਸ ਬੈਠੀਆਂ ਸੀਗੀਆਂ ਪਹਿਲਾਂ ਤਿਆਰੀ ਦੇ ਵਿੱਚ, ਕਿਉਂਕਿ ਉਹਨਾਂ ਨੂੰ ਕਿੱਦਾਂ ਪਤਾ ਕਿ ਇਹਨਾਂ ਲਾਲ ਕਿਲੇ ਵੱਲ ਆਉਣਾ, ਤੇ ਫੋਰਸਸ ਤਿਆਰੀ ਤੇ ਬੈਠੀਆਂ ਸੀਗੀਆਂ। ਜਿਹਦੇ ਉੱਥੇ ਪਹੁੰਚੇ ਆ ਤੇ ਤੁਸੀਂ ਕਹਿੰਦੇ ਕਿ ਦੀਪ ਸਿੱਧੂ ਨੇ ਆ ਕੇ ਤੇ ਉਹ ਮੌਕਾ ਸਾਂਭ ਲਿਆ, ਬਚਾ ਲਿਆ ਕਿ ਹਾਂ ਵੀ ਇਹਦੇ ਨਾਲ ਪਹਿਲਾਂ ਕਿ ਫੋਰਸਸ ਆਪਣੇ ਜ਼ੋਰ ਅਜ਼ਮਾਈ ਕਰਦੀਆਂ, ਗੋਲੀਆਂ ਚਲਾਉਂਦੀਆਂ, ਹੋਰ ਕੰਮ ਕਰਦੀਆਂ। ਉਹ 5000 ਬੰਦੇ ਨੂੰ ਕੰਟਰੋਲ ਕਰਨ ਵਾਸਤੇ ਜਾਂ 500 ਜਾਂ 1000 ਬੰਦਾ ਜਿਹੜਾ ਲਾਲ ਕਿਲੇ 'ਚ ਐਂਟਰ ਕਰ ਗਿਆ ਹੈਗਾ, ਜਿਨ੍ਹਾਂ ਨੂੰ ਉਹਨਾਂ ਨੇ ਬੂਹੇ ਖੁੱਲੇ ਛੱਡ ਕੇ ਇਨਵਾਈਟ ਕੀਤਾ ਕਿ ਚਲ ਠੀਕ ਹੈ ਤੁਸੀਂ ਆ ਜਾਓ, ਕੋਈ ਗੱਲ ਨਹੀਂ ਹੈਗੀ। ਅਸੀਂ ਸਾਰਾ ਲੂਬਾ ਸਾਹਿਬ ਟੀਵੀ ਤੇ ਵੇਖਿਆ। ਪਰ ਤੁਸੀਂ ਇਹ ਕਹਿੰਦੇ ਹੋ ਕਿ ਉਹ ਜਿਹੜਾ ਮੌਕਾ ਇਹਨਾਂ ਨੇ ਵੇਖ ਕੇ ਆ ਕੇ ਤੇ ਉਹਨਾਂ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਹੋਰ ਕੋਈ ਕੰਮ ਨਹੀਂ ਕਰਨਾ, ਤੁਸੀਂ ਵਾਪਸ ਆ ਜਾਓ। ਬਾਕੀ ਰਹਿ ਗਈ ਝੰਡੇ ਦੀ ਗੱਲ, ਝੰਡਾ ਜਿਹੜਾ ਸੀਗਾ ਇਟ ਵਾਜ਼ ਨਾਟ ਉਹਦੇ ਨਾਲ ਬਰਾਬਰ ਕਿਤੇ ਵੀ ਨਹੀਂ ਲਾਇਆ ਗਿਆ। ਜੋ ਰੈੱਡ ਫੋਰਟ ਤੇ ਝੰਡਾ ਹਿੰਦੁਸਤਾਨ ਦਾ ਝੂਲਦਾ ਪਿਆ, ਉਹ ਸਦਾ ਝੂਲਦਾ ਰਹੇਗਾ। ਮਗਰ ਉਹਦੇ ਉੱਤੇ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਸੀਗਾ, ਇਹਨਾਂ ਨੇ ਇੱਕ ਡਿਸਟੈਂਸ ਤੇ ਲਾਇਆ ਸੀਗਾ ਜੀ। ਤੇ ਇਸ ਕਰਕੇ ਇਹ ਕਹਿਣਾ ਕਿ ਹਾਂ ਵੀ ਉਹ ਸਿੰਬੋਲਿਕ ਸੀਗਾ, ਇਟ ਵਾਜ਼ ਅ ਸਿੰਬਲ ਆਫ ਪ੍ਰੋਟੈਸਟ। ਅੱਛਾ, ਮੈਂ ਤੁਹਾਨੂੰ ਇੱਕ ਚੀਜ਼ ਦੱਸ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਕਲਸੀ ਜੀ ਨੇ ਦੱਸਿਆ, ਬਿਲਕੁਲ 100% ਸਹੀ ਦੱਸਿਆ ਇਹਨਾਂ ਨੇ ਕਿ ਜਿਹੜਾ ਇੱਕ ਵੀਡੀਓ ਪਿਆ ਸੀ YouTube ਤੇ, ਮੈਂ ਤੁਹਾਨੂੰ ਵੀ ਸ਼ੇਅਰ ਕੀਤਾ ਸੀ, ਮੈਂ ਵੇਖਿਆ ਸੀਗਾ। ਹਾਂਜੀ, ਤੇ ਉਹਦੇ ਵਿੱਚ ਇੱਕ ਬਾਅਦ ਵਿੱਚ ਸਾਬਤ ਹੋਇਆ ਕਿ ਕੋਈ ਸਿਕਿਉਰਿਟੀ ਫੋਰਸਿਸ ਦਾ ਵੈਰੀ ਸੀਨੀਅਰ ਆਫੀਸਰ ਨੇ ਨਿਹੰਗ ਦਾ ਬਾਨਾ ਪਾਇਆ ਹੋਇਆ ਸੀ। ਉਹ ਜਿੱਥੇ ਵੀ ਜਾਂਦਾ ਸੀ ਪੁਲਿਸ ਫੋਰਸਿਸ ਉਹਨੂੰ ਮਤਲਬ ਕਿ ਸਲੂਟ ਕਰਦੀਆਂ ਪਈਆਂ ਸੀ। ਹੀ ਆਰਡਰਡ ਕਿ ਜਿਹੜਾ ਮਤਲਬ ਕਿ ਐਂਟਰੀ ਵਾਲਾ ਉਹ ਜਿਹਦੇ ਵਿੱਚ ਸੰਗਲ ਲੱਗੇ ਹੋਏ ਨੇ ਕਿ ਸੰਗਲ ਖੋਲ ਦਿਓ, ਉਹ ਸੰਗਲ ਖੋਲ ਦਿੱਤੇ ਜਾਂਦੇ ਨੇ ਤੇ ਕਰੋੜ ਨੂੰ ਉਹ ਮੋਟੀਵੇਟ ਕਰ ਰਿਹਾ ਹੈ, ਭੱਜੋ ਭੱਜੋ। ਹੀ ਵਾਸ ਅ ਪਾਰਟ ਆਫ ਦ ਕਰਾਊਡ। He was a part of no, he was a outsider. He was actually coming from the back streets of Chandni Chowk. ਤੇ ਉਹ ਕੀ ਕਹਿੰਦਾ ਹੈ ਕਿ ਮਤਲਬ ਕਿ ਬਾਅਦ ਵਿੱਚ ਗਵਰਨਮੈਂਟ ਇਨਵੋਲਵ ਕਰਕੇ ਤੇ ਉਹਦੇ ਵਿੱਚ ਤੇ ਦੀਪ ਸਿੱਧੂ ਹੋਰਾਂ ਦਾ ਤੇ ਕੋਈ ਰੋਲ ਹੀ ਨਹੀਂ ਸੀ ਕਿ ਉਹ ਮਤਲਬ ਮੋਟੀਵੇਟ ਕਰ ਰਹੇ ਨੇ ਕਰਾਊਡ ਨੂੰ। ਉਹ ਕਰਾਊਡ ਨੂੰ ਮੋਟੀਵੇਟ ਕਰਦਾ ਪਿਆ ਕਿ ਜਾਓ ਭੱਜੋ, ਉਹ ਸੰਗਲ ਖੁੱਲ ਗਏ ਨੇ, ਹੁਣ ਤੁਸੀਂ ਗੇਟ ਨੰਬਰ 2 ਤੇ ਚੱਲ ਜਾਓ, ਗੇਟ ਨੰਬਰ 1 ਤੇ ਚੱਲ ਜਾਓ ਲਾਲ ਕਿਲੇ ਦੇ। ਉਹ ਬਾਅਦ 'ਚ ਇੱਕ ਚੀਜ਼ ਹੋਰ ਹੈ ਕਿ ਜਿਹਦੇ 'ਚ ਕਾਫੀ ਲੋਕ ਅਜੇ ਵੀ ਮਤਲਬ ਕਿ ਰਪੋਸ਼ ਹੈਗੇ ਨੇ, ਮੈਂ ਬੜਾ ਕਲੀਅਰ ਦੱਸਦਾ ਪਿਆ ਉਹਦੇ ਲਈ, ਮਤਲਬ ਕਿ ਜਿਹੜੇ ਉੱਥੇ ਲੀਗਲ ਟੀਮਸ ਹੈਗੀਆਂ ਕੰਮ ਕਰਦੀਆਂ ਪਈਆਂ, ਕਾਫੀ ਲੋਕ ਰਪੋਸ਼ ਹੈਗੇ ਨੇ ਲਾਲ ਕਿਲੇ ਤੋਂ। ਇੱਕ ਉਹਦੇ 'ਚ ਕੀ ਹੈ ਕਿ ਇੱਕ ਤਹਿਖਾਨੇ ਦੀ ਐਂਟਰੀ ਹੈ, ਬਾਅਦ ਵਿੱਚ ਜਦੋਂ ਉਹ ਕਰਾਊਡ ਇੰਨਾ ਜ਼ਿਆਦਾ ਹੋ ਜਾਂਦਾ ਉੱਤੇ ਸੈਕੰਡ ਸਟੋਰੀ ਦੇ ਉੱਤੇ ਝੰਡਾ ਫਰਾਇਆ ਜਾਂਦਾ ਹੈ ਤੇ ਉਹ ਤਹਿਖਾਨੇ ਵਾਲੀ ਸਾਈਡ ਲੋਕਾਂ ਨੂੰ ਡਿਵਰਟ ਕਰ ਦਿੰਦਾ, ਕਾਫੀ ਯੂਥ ਨੂੰ। ਉਹ ਤਹਿਖਾਨੇ 'ਚ ਲੋਕ ਉਤਰ ਜਾਂਦੇ, ਉਹਨਾਂ 'ਚੋਂ ਅਜੇ ਤੱਕ ਕਾਫੀ ਲੋਕ ਅਨਟ੍ਰੇਸਡ ਹੈਗੇ ਨੇ, ਅਨਕਾਊਂਟਡ ਹੈਗੇ ਨੇ। ਤੇ ਇਹਦਾ ਮਤਲਬ ਬਿਲਕੁਲ ਕਲਸੀ ਸਾਹਿਬ ਨੇ ਠੀਕ ਦੱਸਿਆ ਕਿ ਇਟ ਵਾਜ਼ ਡੈਫੀਨੇਟਲੀ ਸਟੇਟ ਰੋਲ ਵਾਜ਼ ਇਨਵੋਲਵਡ ਸਮਵੇਅਰ, ਕਿ ਮਤਲਬ ਕਿ ਪਲਾਨ ਏ ਪਲਾਨ ਬੀ ਜੋ ਵੀ ਸੀ ਉਹਨਾਂ ਦੀ, ਕਿਉਂਕਿ ਇੱਕ ਬੰਦਾ ਜਿਹੜਾ ਸੀਨੀਅਰ ਅਫਸਰ ਹੈ ਰੈਕੋਗਨਾਈਜ਼ ਹੁੰਦਾ ਪਿਆ ਕਿ ਉਹ ਫਲਾਨੀ ਸਿਕਿਉਰਿਟੀ ਫੋਰਸਿਸ ਨੂੰ ਬਿਲੋਂਗ ਕਰਦਾ ਹੈਗਾ, ਤੇ ਉਹ ਬੰਦਾ ਡੈਫੀਨੇਟਲੀ ਮੋਟੀਵੇਟ ਕਰਦਾ ਪਿਆ ਲੋਕਾਂ ਨੂੰ। ਤੇ ਬਾਕੀ ਇਹ ਤੇ ਚੀਜ਼ਾਂ ਕਲਸੀ ਸਾਹਿਬ ਨੇ ਬਹੁਤ ਇਹਦਾ ਬੈਕਗ੍ਰਾਉਂਡ ਇੱਕ ਫਰਦਰ ਦੇ ਦਈਏ ਝੰਡੇ ਦੀ ਬੈਕਗ੍ਰਾਉਂਡ ਕਿ ਹਾਂ ਵੀ ਇੱਥੇ ਇੱਕ ਐਕਟਿਵਿਸਟ ਹੈਗੇ ਨੇ USA ਦੇ ਵਿੱਚ, ਉਹਨਾਂ ਨੇ ਬਿਆਨ ਕੱਢਿਆ ਸੀਗਾ ਕਿ ਤੁਸੀਂ ਜੇ ਜਾ ਕੇ ਉੱਥੇ ਝੰਡਾ ਲੜਾਓਗੇ 26 ਤਰੀਕ ਨੂੰ ਤੇ ਹੀ ਇੰਨੇ ਪੈਸੇ ਤੁਹਾਨੂੰ ਨਾਮ ਦੇਵਾਂਗੇ।
ਸੋ ਉਹ ਜਿਹੜਾ ਉਹਨੂੰ ਹਾਸਟੀਰੀਆ ਕ੍ਰੀਏਟ ਕੀਤਾ, ਇੱਕ ਫੀਅਰ ਮੌਂਗਰਿੰਗ ਕ੍ਰੀਏਟ ਕੀਤੀ, ਉਹਨੂੰ ਗਵਰਨਮੈਂਟ ਨੇ ਯੂਟਿਲਾਈਜ਼ ਕੀਤਾ ਕਿ ਹਾਂ ਵੀ ਇਹ ਜਿਹੜਾ ਇਹਨਾਂ ਦਾ ਐਜੀਟੇਸ਼ਨ ਆ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਉਹਨੂੰ ਵਰਤ ਕੇ। ਉਹ ਹੋ ਸਕਦਾ ਹੈ, ਰਾਈਟ। ਮਗਰ ਸੋ ਇਹ ਇੱਕ ਪੋਸੀਬਿਲਿਟੀ ਹੈਗੀ ਆ। ਤਾਂ ਅਸੀਂ ਉਹਦੇ 'ਚ ਕਲਸੀ ਸਾਹਿਬ ਨੂੰ, ਕਿਉਂਕਿ ਤੁਸੀਂ ਦੀਪ ਸਿੱਧੂ ਨਾਲ ਕਾਫੀ ਜੁੜੇ ਰਹੇ ਹੋ, ਅਸੀਂ ਤੁਹਾਨੂੰ ਇੱਕ ਸਵਾਲ ਹੋਰ ਇਹਦੇ 'ਚ ਥੋੜ੍ਹੀ ਕਲੈਰੀਫਿਕੇਸ਼ਨ ਫਰਦਰ ਕਰਾਂਗੇ ਕਿ ਜਿਹੜਾ ਕਾਫਲਾ ਸੀਗਾ ਜਦੋਂ ਉੱਥੇ ਪਹੁੰਚਿਆ, ਇਟ ਵਾਜ਼ ਅਰਾਊਂਡ 5000 ਪੀਪਲ, ਜਿਹੜਾ ਕਿ ਮੀਡੀਆ ਨੇ ਰਿਪੋਰਟ ਕੀਤਾ। ਬਹੁਤ ਜ਼ਿਆਦਾ ਮੀਡੀਆ ਨੇ 5000 ਰਿਪੋਰਟ ਕੀਤਾ ਹੈ। ਨਹੀਂ 1 ਲੱਖ ਦੇ ਆਸ-ਪਾਸ ਬੰਦਾ ਸੀ ਜਿਹੜਾ ਉਧਰ ਨੂੰ ਗਿਆ, ਕਿਉਂਕਿ ਤੇ ਟਰੈਕਟਰ ਹੀ ਆਏ, ਉਹ ਦੇਖੋ ਨਾ ਕਿੰਨੇ ਆਏ। ਮਗਰ ਇਹ ਕਾਫਲਾ ਜਿਹੜਾ ਵਾ ਡਾਇਵਰਟ ਨਹੀਂ ਸੀ ਹੋ ਸਕਦਾ ਜਦ ਤੱਕ ਉਹਨਾਂ ਨੂੰ ਕਿਤੇ ਡਾਇਰੈਕਸ਼ਨ ਨਾ ਮਿਲਦੀ ਕਿਸੇ ਪਾਸੇ ਨਾ। ਤੇ ਡਾਇਰੈਕਸ਼ਨ ਜਿੱਥੋਂ ਤੱਕ ਸਾਨੂੰ ਲੱਗਦਾ ਵਾ ਕਿ ਜਿੱਦਾਂ ਲੂੰਬਾ ਸਾਹਿਬ ਨੇ ਦੱਸਿਆ ਕਿ ਅੰਡਰ ਕਵਰ ਪੁਲਿਸ ਦੇ ਵਿੱਚ ਸੀਨੀਅਰ ਅਫਸਰ ਗਾਈਡ ਕਰਦੇ ਪਏ ਸੀਗੇ। ਸੋ ਇੱਕ ਡਾਇਰੈਕਸ਼ਨ ਦੇਣਾ, ਫਿਰ ਇੱਕ ਉਹ ਕਾਫਲੇ ਨੂੰ 18 ਕਿਲੋਮੀਟਰ 15 ਕਿਲੋਮੀਟਰ ਦੂਰ ਉਹਨਾਂ ਨੂੰ ਰਾਈਟ ਆਫ ਦੀ ਵੇ ਦੇਣਾ ਬਗੈਰ ਉਹਨਾਂ ਨੂੰ ਕਿਤੇ ਰੋਕਿਆ, ਕਿਉਂਕਿ ਜੇ ਉਹ ਅਨਆਥਰਾਈਜ਼ਡ ਐਂਟਰੀ ਸੀਗੀ ਤੇ ਉਹਨੂੰ ਰੋਕਿਆ ਜਾ ਸਕਦਾ ਕਿਸੇ ਪੁਆਇੰਟ ਤੇ ਵੀ, ਮਗਰ ਉਹਨਾਂ ਨੂੰ ਅਲਾਓ ਕੀਤਾ ਗਿਆ, ਰਾਈਟ ਆਫ ਦੀ ਵੇ ਦਿੱਤਾ ਗਿਆ ਸਿੱਧਾ ਰੈੱਡ ਫੋਰਟ ਤੱਕ। ਸੋ ਇਹ ਜਿਹੜੀਆਂ ਚੀਜ਼ਾਂ ਨੇ ਸਰਕਾਰ ਦੇ ਜਿਹੜਾ ਬੜਾ ਇੱਕ ਨਿਸ਼ਾਨ ਪੈਦਾ ਕਰਦੀਆਂ, ਇੱਕ ਸਵਾਲ ਪੈਦਾ ਕਰਦੀਆਂ ਨੇ। ਤੇ ਸ਼ਾਇਦ ਇਸ ਕਰਕੇ ਜਿਹੜੀ ਚੀਜ਼ ਤੁਸੀਂ ਆ ਕੇ ਦੱਸੀ ਆ ਕਿ ਹਾਂ ਵੀ ਉਹਨਾਂ ਨੇ ਆ ਕੇ ਮੌਕਾ ਸਮਝਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਸਮਝਾਇਆ ਕਿ ਤੁਸੀਂ ਰੈੱਡ ਫਲੋਟ ਕਲੀਅਰ ਕਰੋ ਹੁਣ। ਤੋ ਜਿਹੜਾ 500-700 ਬੰਦਾ ਉੱਥੇ ਐਂਟਰੀ ਕਰ ਗਿਆ ਸੀਗਾ, ਉਹਨਾਂ ਨੇ ਕਲੀਅਰ ਵੀ ਕੀਤਾ ਉਹਨੂੰ। ਤੇ ਚੰਗਾ ਹੋਇਆ ਕਿ ਹਾਂ ਵੀ ਜਾਨ ਮਾਲ ਦਾ ਨੁਕਸਾਨ ਬਹੁਤ ਘੱਟ ਹੋਇਆ ਉਹਦੇ ਵਿੱਚ। ਜੀ। ਤੇ ਇਸ ਤੋਂ ਬਾਅਦ ਦੀਪ ਸਿੱਧੂ ਜੀ ਨੇ ਜਦੋਂ ਫਾਰਮਰ ਐਜੀਟੇਸ਼ਨ ਤੁਹਾਡੀ ਕੰਪਲੀਟ ਹੋਈ ਆ, ਫਿਰ ਉਹਨਾਂ ਦਾ ਕੀ ਰੋਲ ਰਿਹਾ ਪੋਲਿਟਿਕਸ ਦੇ ਵਿੱਚ? ਕੁਝ ਨਹੀਂ, ਉਹੀ ਫਿਰ ਉਹਦੇ ਬਾਅਦ ਆਪਾਂ ਦੀਪ ਭਾਜੀ ਪਿੰਡਾਂ ਦੇ ਵਿੱਚ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਲੋਕ ਨਾਰਾਜ਼ ਸੀਗੇ, ਜਿਹੜੇ ਵੀ ਭਾਵੇਂ ਉਹ ਕਾਮਰੇਡ ਸੀਗੇ, ਜਿਹੜੇ ਵੀ ਸੀ, ਸਭ ਨੂੰ ਪਰਸਨਲੀ ਫੋਨ ਕਰਕੇ ਸਭ ਦੇ ਨਾਲ ਕੀਤੀ ਕਿ ਯਾਰ ਤੁਸੀਂ ਕਿਹੜੀ ਵਿਚਾਰਧਾਰਾ ਨਾਲ ਤੁਸੀਂ ਰੱਖਦੇ ਹੋ, ਤੁਸੀਂ ਕਿਤੇ ਨਾ ਕਿਤੇ ਪੰਜਾਬ ਦੇ ਵੱਲ ਦੀ ਗੱਲ ਕਰਦੇ ਹੋ, ਤੇ ਮੈਂ ਵੀ ਅਸੀਂ ਆਪਸ 'ਚ ਠੀਕ ਰਹੀਏ। ਅਗਰ ਤੁਹਾਨੂੰ ਮੇਰੀ ਕੋਈ ਗੱਲ ਮਾੜੀ ਲੱਗੀ ਹੋਏ, ਆਪਾਂ ਇਹ ਉਹਦੀ ਬੜੀ ਵੱਡੀ ਖੂਬੀ ਸੀਗੀ ਕਿ ਉਹਨੇ ਜਿੰਨੇ ਵੀ ਲੋਕ ਸੀਗੇ ਸਭ ਨੂੰ ਫੋਨ ਕਰਕੇ ਇੱਕ ਵਾਰੀ ਗੱਲ ਕੀਤੀ ਸਾਰਿਆਂ ਦੇ ਨਾਲ। ਤੇ ਮੋਰਚੇ ਦੇ ਖਿਲਾਫ ਕਦੀ ਨਹੀਂ ਬੋਲੇ, ਕਿਸੇ ਵੀ ਮੋਰਚੇ ਦੇ ਵਿੱਚ ਗਲਤੀਆਂ ਕੀ ਹੋ ਰਹੀਆਂ ਇਹ ਜ਼ਰੂਰ ਬੋਲੇ, ਲੇਕਿਨ ਕਦੀ ਗਲਤ ਸ਼ਬਦਾਵਲੀ ਨਹੀਂ ਯੂਜ਼ ਕੀਤੀ। ਆਗੂਆਂ ਨੂੰ ਵੀ ਕਦੀ ਮਾੜਾ ਸ਼ਬਦ ਨਹੀਂ ਬੋਲਿਆ, ਬਾਪੂ ਜੀ ਕਰਕੇ, ਬਿਲਕੁਲ ਠੀਕ ਗੱਲ, ਬਿਲਕੁਲ ਆਗੂ ਕਰਕੇ ਬੋਲਿਆ। ਔਰ ਜਿਹੜੇ ਉਸ ਦੇ ਬਾਅਦ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਹੀ ਬੋਲਿਆ ਕਿ ਯਾਰ ਮੋਰਚੇ ਤੇ ਜਾਓ, ਮੋਰਚੇ ਨੂੰ ਸਟਰੋਂਗ ਮੋਟੀਵੇਟ ਕੀਤਾ ਜ਼ਰੂਰੀ ਹੈਗਾ। ਸਾਡੀ ਵਿਚਾਰਧਾਰਾ ਕੀ ਹੈ ਉਹ ਵੱਖਰੀ ਗੱਲ ਹੈ, ਲੇਕਿਨ ਸਾਡਾ ਜਿੱਤਣਾ ਜ਼ਰੂਰੀ ਹੈ। ਮੋਰਚਾ ਜ਼ਰੂਰ ਅਸੀਂ ਜਿੱਤ ਕੇ ਵਾਪਸ ਆਈਏ। ਉਹ ਰੋਜ਼ ਹੀ 5-7 ਪਿੰਡਾਂ ਨੂੰ ਕਵਰ ਕਰਦੇ, ਰੋਜ਼ ਜਿੰਨਾ ਟਾਈਮ ਉਸ ਤੋਂ ਬਾਅਦ ਰਹੇ ਉਹ ਇਹ ਕਰਦੇ ਰਹੇ। ਫਿਰ ਇਹ ਕੰਮ ਕਰਨ ਦੇ ਲਈ ਉਹਨਾਂ ਨੇ ਇੱਕ ਜਥੇਬੰਦੀ ਬਣਾਈ ਜੁੜੂ ਵਾਰਿਸ ਪੰਜਾਬ ਦੇ। ਉਹ ਜਥੇਬੰਦੀ ਦੇ ਵਿੱਚ ਸਾਰਾ ਉਸ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਆਪਾਂ ਚੱਲਦੇ ਹੀ ਪਏ ਸੀਗੇ। ਇੱਥੇ ਇਲੈਕਸ਼ਨ ਆ ਗਏ, ਇਲੈਕਸ਼ਨ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਸਪੋਰਟ ਦੇ ਵਿੱਚ ਲੱਗ ਗਏ ਕਿ ਇਹਦੇ ਬਾਅਦ ਅਸੀਂ ਅੱਗੇ ਕੁਝ ਸਾਰਾ ਪਲਾਨ ਕਰਨਾ ਸੀ, ਲੇਕਿਨ ਉਸ ਤੋਂ ਪਹਿਲਾਂ ਹੀ ਇਹ ਭਾਈ ਦਾ ਐਕਸੀਡੈਂਟ ਹੋ ਗਿਆ ਵਿੱਚ। ਕਲਸੀ ਸਾਹਿਬ, ਮੈਂ ਤੁਹਾਨੂੰ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗਾ। ਇਹ ਤੇ ਸਾਰਾ ਕੰਮ ਜਿਹੜਾ ਹੈਗਾ ਦੀਪ ਭਾਜੀ ਦਾ ਹੈ, ਦੀਪ ਸਿੱਧੂ ਸਾਹਿਬ ਦੀਆਂ ਫਿਲਮਾਂ ਵੀ ਬਹੁਤ ਮੈਸੇਜ ਦਿੰਦੀਆਂ ਨੇ, ਸਾਰਾ ਕੁਝ ਹੈ। ਤੁਸੀਂ ਵੀ ਫਿਲਮਾਂ ਨਾਲ ਜੁੜੇ ਹੋਏ ਹੋ, ਤੁਸੀਂ ਥੋੜ੍ਹਾ ਜਿਹਾ ਕੁਝ ਚਾਨਣ ਪਾਓਗੇ ਕਿ ਜਿਹੜੀ ਐਂਟਰਟੇਨਮੈਂਟ ਇੰਡਸਟਰੀ ਪੰਜਾਬ ਦੀ ਹੈ ਉਹ ਇੱਕ ਟਾਈਪ ਹੋ ਗਈ ਹੈ, ਇੱਕ ਇਮੇਜ ਉਹਦੀ ਇੰਨੀ ਖਰਾਬ ਹੋ ਚੁੱਕੀ ਹੈਗੀ ਹੈ, ਜਾਂ ਲੋਕ ਤਾਂ ਕਹਿੰਦੇ ਨੇ ਜੀ ਐਂਟਰਟੇਨਮੈਂਟ ਇਕੱਲਾ ਹਸੀ ਮਜ਼ਾਕ ਜਾਂ ਬੁਲਿੰਗ ਹੈਗੀ ਹੈ। ਤੇ ਇਹਦੇ ਬਾਰੇ ਕੁਝ ਵਿਚਾਰ ਪਾਓ ਕਿ ਇਕੱਲੀ ਬੁਲਿੰਗ ਹੀ ਰਹਿ ਗਈ ਹੈ ਪੰਜਾਬ ਇੰਡਸਟਰੀ 'ਚ ਕਿ ਕੁਝ ਸੀਰੀਅਸ ਕੰਮ ਵੀ ਹੋ ਸਕਦਾ ਹੈਗਾ? ਨਹੀਂ, ਪੰਜਾਬ ਇੰਡਸਟਰੀ ਦੇ ਵਿੱਚ ਬਹੁਤ ਬਿਹਤਰੀਨ ਕਲਾਕਾਰ ਨੇ ਸਾਡੇ ਕੋਲ। ਹਾਂਜੀ, ਬਹੁਤ ਸਾਰੇ ਨੇ। ਸਰਦਾਰ ਸੋਹੀ ਸਾਹਿਬ ਨੇ, ਗੁਰਪ੍ਰੀਤ ਭਾਜੀ ਨੇ, ਸਾਡੇ ਸਾਰੇ ਹੀ ਵੱਡੇ ਜਿਹੜੇ ਐਕਟਰ ਨੇ, ਗਿੱਪੀ ਭਾਜੀ ਹੋਣ, ਦਿਲਜੀਤ ਦੋਸਾਂਝ ਸਾਹਿਬ ਹੋਣ, ਐਮੀ ਭਾਜੀ ਹੋਣ, ਰਣਜੀਤ ਬਾਵਾ ਭਾਜੀ ਹੋਣ, ਸਾਰੇ ਕਮਾਲ ਦੇ ਐਕਟਰ ਵੀ ਨੇ, ਬਹੁਤ ਕਮਾਲ ਦੀਆਂ ਫਿਲਮਾਂ ਵੀ ਕਰ ਰਹੇ ਨੇ। ਗਿੱਪੀ ਭਾਜੀ ਨੇ ਹੁਣੇ ਪਿੱਛੇ ਜਿਹੀ ਫਿਲਮ ਮਾਂ ਬਣਾਈ ਸੀ, ਉਸ ਤੋਂ ਪਹਿਲਾਂ ਅਰਦਾਸ ਬਣਾਈ ਸੀਗੀ, ਅਰਦਾਸ ਕਰਾਂ ਬਣਾਈ ਸੀਗੀ, ਬਹੁਤ ਸੰਜੀਦਾ ਵਿਸ਼ੇ ਦੇ ਉੱਤੇ ਬਣਾਈ ਸੀ, ਮੈਸੇਜ ਦਿੰਦੀਆਂ ਵੀ ਫਿਲਮਾਂ ਬਣਾਈਆਂ ਸੀ।
ਐਵੇਂ ਵਿਰਕ ਭਾਈ ਦੀ ਫਿਲਮ ਸੀਗੀ ਕਿਸਮਤ, ਹਾਂਜੀ। ਬਹੁਤ ਸੋਹਣੀ ਸੀਗੀ, ਬਹੁਤ ਸਮਝਣ ਵਾਲੀ ਫਿਲਮ ਸੀਗੀ। ਤੇ ਹੋਰ ਇਦਾਂ ਸਾਰਿਆਂ ਨੇ ਕੰਮ ਕਰਦੇ ਨੇ, ਸਾਰੇ ਲੋਕ ਕੰਮ ਕਰਦੇ ਪਏ। ਲੇਕਿਨ ਪੰਜਾਬ ਦਾ ਇੱਕ ਬਹੁਤ ਵੱਡਾ ਗਿਰੋਹ ਇੱਕ ਜਿਹਾ ਹੈਗਾ ਜਿਹੜਾ ਇਹ ਪ੍ਰਚਾਰ ਦਿੰਦਾ ਹੈ ਕਿ ਪੰਜਾਬੀ ਦੇ ਕਾਮੇਡੀ ਦੇਖਦੇ, ਪੰਜਾਬੀ ਦੇ ਕਾਮੇਡੀ ਦੇਖਦੇ, ਪੰਜਾਬੀਆਂ ਦੇ ਆਡੀਅנס ਦੇ ਦਿਮਾਗ ਵਿੱਚ ਹੀ ਇਹ ਪਾ ਦਿੰਦੇ ਆ। ਹਾਂਜੀ। ਔਰ ਇੱਕ ਚੀਜ਼ ਸਵੇਰ ਤੋਂ ਸ਼ਾਮ ਤੱਕ ਵੀ ਸੁਣਦੇ ਰਹੋ, ਤੁਹਾਡੇ ਦਿਮਾਗ 'ਚ ਬਹਿ ਹੀ ਜਾਂਦਾ ਕਿ ਯਾਰ ਏਦਾਂ ਹੀ ਹੋਣਾ। ਹੁਣ ਪੰਜਾਬੀ ਜੀ ਕਾਮੇਡੀ ਫਿਲਮਾਂ ਦੇਖਦੇ, ਪੰਜਾਬੀ ਕਾਮੇਡੀ ਫਿਲਮਾਂ ਦੇਖਦੇ ਆ। ਪੰਜਾਬੀਆਂ ਨੇ ਹੀ ਅਰਦਾਸ ਕਰਾਂ ਵੀ ਤੇ ਦੇਖੀ, ਅਰਦਾਸ ਕਰਾਂ ਨੇ ਸਾਰੇ ਰਿਕਾਰਡ ਹੀ ਤੋੜ ਦਿੱਤੇ। ਹਾਂਜੀ। ਕਿਸਮਤ ਵੀ ਤਾਂ ਵੇਖੀ, ਉਹ ਕਾਮੇਡੀ ਤਾਂ ਨਹੀਂ ਸੀਗੀ। ਹਾਂਜੀ। ਉਹ ਵੀ ਤਾਂ ਉਹ ਵੇਖਦੇ ਹੀ ਨੇ, ਜਾਂ ਉਹ ਬਾਹੂਬਲੀ ਵੀ ਵੇਖਦੇ ਨੇ ਉੱਥੇ। ਹਾਂਜੀ। ਉੱਥੇ ਉਹ ਮਾਚਸ ਵੀ ਵੇਖੀ, ਮਾਚਸ ਵੀ ਦੇਖੀ, ਜਾਂ ਜਿੰਨੀਆਂ ਵੀ ਬਾਲੀਵੁੱਡ ਦੀ ਫਿਲਮਾਂ ਨੇ ਸਾਰੀਆਂ ਇਹ ਤੇ ਹੈ ਨਹੀਂ ਕਿ ਪੰਜਾਬ 'ਚ ਚੱਲਦੀਆਂ ਹੀ ਨਹੀਂ, ਕਿਉਂਕਿ ਕਾਮੇਡੀ ਨਹੀਂ ਹੁੰਦੀਆਂ ਪੰਜਾਬ 'ਚ, ਸਿਰਫ ਕਾਮੇਡੀ ਚੱਲਦੀਆਂ ਨੇ। ਲੇਕਿਨ ਉਹ ਸਾਡੇ ਕੁਝ ਤੁਸੀਂ ਗਲਤ ਸਵਾਲ ਕਰ ਲਿਆ, ਮੈਂ ਕੁਝ ਬੋਲ ਗਿਆ ਤੇ ਮੇਰਾ ਸਵਾਲ ਇਸ ਕਰਕੇ ਹੈ ਮੈਂ ਫਿਰ ਬੋਲ ਦੇਣਾ। ਬਹੁਤ ਸਾਰੇ ਕਾਮੇਡੀਅਨ ਜਿਹੜੇ ਹੈਗੇ ਨੇ ਉਹ ਆਪਣੀ ਦੁਕਾਨ ਚਲਾਉਣ ਦੇ ਲਈ ਸਭ ਜਗ੍ਹਾ ਬੋਲੀ ਜਾਂਦੇ ਆ। ਹਾਂਜੀ। ਔਰ ਕੁਝ ਵਪਾਰੀ ਲੋਕ ਹੈਗੇ ਜਿਹੜੇ ਫਿਲਮਾਂ ਬਣਾਉਣ ਦੇ ਵਿੱਚ ਹੈਗੇ ਨੇ, ਉਹਨਾਂ ਨੂੰ ਕੋਈ ਇਮੋਸ਼ਨ ਨਹੀਂ ਹੁੰਦਾ, ਕੋਈ ਉਹਨਾਂ ਨੂੰ ਸੱਭਿਆਚਾਰ ਨਾਲ ਮਤਲਬ ਨਹੀਂ ਹੈ, ਕੋਈ ਲੋਕਾਂ ਦੇ ਵਿੱਚ ਮੈਸੇਜ ਦਾ ਕੋਈ ਮਤਲਬ ਨਹੀਂ ਹੈ। ਉਹ ਕਹਿੰਦੇ ਚੁਟਕਲੇ ਇਕੱਠੇ ਕਰੋ, ਬਣਾਓ ਔਰ ਬੇਵਕੂਫ ਬਣਾਓ ਲੋਕਾਂ ਨੂੰ। ਜ਼ਿਆਦਾਤਰ ਫਿਲਮਾਂ ਜਿਹੜੀਆਂ ਨੇ ਉਹ ਨੁਕਸਾਨ 'ਚ ਵੀ ਨੇ, ਉਹ ਚੱਲਦੀਆਂ ਵੀ ਨਹੀਂ, ਨੁਕਸਾਨ 'ਚ ਨੇ। ਕਿਉਂਕਿ ਤੁਸੀਂ ਕਿੰਨੀ ਕੁ ਦੇਰ ਚੁਟਕਲੇ ਸੁਣੀ ਜਾਓਗੇ? ਚੁਟਕਲੇ ਦੇ ਕਲਸੀ ਸਾਹਿਬ ਉਹੀ ਨੇ ਜਿਹੜੇ ਅੰਮ੍ਰਿਤਸਰੋਂ ਪੈਦਾ ਹੋਏ ਜਾਂ ਕਿਤੋਂ ਹੋਰ ਪੈਦਾ ਹੋਏ ਨੇ। ਤੇ ਸਾਰੇ ਜਿੰਨੇ ਵੀ ਕਮੇਡੀਅਨ ਨੇ, ਜੇ ਭਗਵੰਤ ਮਾਨ ਨੂੰ ਛੱਡ ਕੇ ਬਾਕੀ ਸਾਰੇ ਅੰਮ੍ਰਿਤਸਰ ਜਾਂ ਇਸ ਇਲਾਕੇ ਨੂੰ ਬਿਲੋਂਗ ਕਰਦੇ ਨੇ। ਠੀਕ ਹੈ ਨਾ। ਤੋਂ ਅਕ੍ਰਾਸ ਦੀ ਬਾਰਡਰ ਵੀ ਅਸੀਂ ਉੱਥੇ ਕਾਫੀ, ਕਿਉਂਕਿ ਚੁਟਕਲਿਆਂ ਲਈ ਬਹੁਤ ਮਸ਼ਹੂਰ ਆ। ਤੇ ਇਹ ਸਾਰੇ ਸਾਡੇ ਵਾਸਤੇ ਤੇ ਅਸੀਂ ਤਾਂ ਜਦੋਂ ਜੰਮੇ ਪੱਲੇ ਉਸੇ ਮਾਹੌਲ ਦੇ ਵਿੱਚ ਸਾਡੇ ਵਾਸਤੇ ਸਟੈਂਡਰਡ ਨੇ। ਮਗਰ ਜਦੋਂ ਹੁਣ ਨੈਸ਼ਨਲ ਲੈਵਲ ਤੇ ਆ ਕੇ ਤੇ ਚੁਟਕਲੇ ਅਸੀਂ ਸੁਣਨੇ ਸ਼ੁਰੂ ਕੀਤੇ ਆ ਤੇ ਹਿੱਟ ਹੋਣੇ ਸ਼ੁਰੂ ਹੋਏ ਆ, ਇਹ ਲੱਗਦਾ ਕਿ ਹਿੰਦੁਸਤਾਨ ਨੂੰ ਚੁਟਕਲਿਆਂ ਦਾ ਅੱਜ ਪਤਾ ਲੱਗਾ। ਰਾਈਟ। ਉਹਨਾਂ ਦੇ ਆਰ ਹੁਕਡ ਅਪ ਟੂ ਇਟ। ਭਗਵੰਤ ਮਾਨ ਨੇ ਬੜੇ ਸੋਹਣੀ ਆਪਣੀ ਕਾਮੇਡੀ ਸ਼ੁਰੂ ਕੀਤੀ ਐਂਡ ਹੀ ਵਾਜ਼ ਪਾਵਰ ਐਕਸਲੈਂਸ ਉਹਨਾਂ ਨੇ ਕੀਤਾ। ਰਾਈਟ। ਉਹ ਹੁਣ ਗ੍ਰੈਜੂਏਟ ਕਰਕੇ ਹੀ ਵਿਲ ਨਾਟ ਗੋ ਬੈਕ ਐਵਰ। ਮਗਰ ਉਹ ਗ੍ਰੈਜੂਏਟ ਕਰਕੇ ਹੁਣ ਸੀਐਮ ਬਣ ਗਏ ਨੇ। ਵੱਡਾ ਮਜ਼ਾਕ ਕਰ ਰਹੇ, ਵੱਡਾ ਮਜ਼ਾਕ ਕਰ ਰਹੇ। ਇਹ ਤੇ ਵੇਖੋ ਜੀ, ਵਕਤ ਦੱਸੂਗਾ। 2-3 ਮਹੀਨੇ ਹੋਏ ਨੇ, ਅੱਗੇ ਕੀ ਕਰਦੇ ਆ। ਉਹਨਾਂ ਕੋਲ 5 ਸਾਲ ਹੈਗੇ ਨੇ। ਆਮ ਤੌਰ ਤੇ ਕਲਸੀ ਸਾਹਿਬ, ਲੂੰਗਾ ਸਾਹਿਬ, ਹਨੀਮੂਨ ਪੀਰੀਅਡ ਜਿਹੜਾ ਹੁੰਦਾ ਨਵੀਂ ਸਰਕਾਰ ਦਾ, ਉਹ ਕੋਈ 12 ਮਹੀਨਿਆਂ ਦਾ ਹੁੰਦਾ। ਉਹ ਹਨੀਮੂਨ ਤਾਂ ਕਹਿੰਦੇ ਕਿ ਉਹ 'ਚ ਹੀ 7 ਖੂਨ ਮਾਫ ਕਰ ਦਿੰਦੇ ਆ, ਸਰਕਾਰ ਜੋ ਮਰਜ਼ੀ ਕਰੀ ਜਾਏ। ਕਹਿੰਦੇ ਯਾਰ ਕੋਈ ਗੱਲ ਨਹੀਂ, ਹਾਲੇ ਤੇ ਹੁਣੇ ਬਣੇ ਆ। ਨਹੀਂ, ਮਗਰ ਪ੍ਰੋਬਲਮ ਇਹ ਹੈਗੀ ਹੈ ਪੰਜਾਬ ਦੀ ਕਿ ਹੁਣ ਜਿਹੜੇ ਰਾਜ ਸਭਾ ਦੇ ਮੈਂਬਰ ਗਏ ਨੇ, ਸਾਰਾ ਕੁਝ ਗਿਆ, ਉਹਦੇ 'ਚ ਕੋਈ ਵੀ ਡਿਜ਼ਰਵਿੰਗ ਨਹੀਂ ਸੀ ਕਰਦਾ, ਨਾ ਡਿਜ਼ਰਵ ਕਰਦਾ ਸੀ। ਹਾਂ, ਬਿਲਕੁਲ। ਮਗਰ ਉਹ ਮਤਲਬ ਕਿ ਇਹਦੇ 'ਚ ਸ਼ੋਅ ਹੁੰਦਾ ਹੈਗਾ ਕਿ ਮੈਂ ਨਹੀਂ ਕਰਨਾ ਚਾਹੁੰਦਾ ਉਹ ਪੋਲੀਟੀਕਲ ਗੱਲ ਇਸ ਵੇਲੇ, ਉਹ ਅਲੱਗ ਟੌਪਿਕ ਹੈਗਾ। ਤੇ ਜਿਹੜੇ ਕਲਸੀ ਸਾਹਿਬ, ਤੁਸੀਂ ਆਪਣੇ ਬਾਰੇ ਦੱਸੋ ਕਿ ਤੁਸੀਂ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਬਹੁਤ ਦੇਰ ਤੋਂ ਜੁੜੇ ਹੋ। ਬੜੀਆਂ ਅੱਛੀਆਂ ਫਿਲਮਾਂ ਦਿੱਤੀਆਂ। ਸਰਦਾਰ ਸਾਹਿਬ ਬਹੁਤ ਅੱਛੀ ਫਿਲਮ ਸੀ, ਜਗਤ ਜੂਨ ਦਾ ਬਹੁਤ ਅੱਛੀ ਫਿਲਮ ਸੀ। ਇਸ ਤੋਂ ਇਲਾਵਾ ਵੀ ਤੁਸੀਂ ਕਨੈਕਟਡ ਰਹੇ ਹੋ ਪ੍ਰੋਡਕਸ਼ਨ ਵਿੱਚ ਔਰ ਸਾਰਾ ਕੁਝ ਹੈ। ਤੇ ਕੁਝ ਆਪਣੇ ਬਾਰੇ ਚਾਨਣਾ ਪਾਓ, ਆਉਣ ਵਾਲੇ ਫਿਊਚਰ ਵਿੱਚ ਕੀ ਤੁਸੀਂ ਕਰਦੇ ਪਏ ਹੋ। ਦੂਜਾ, ਮੈਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਉਸ ਤੋਂ ਪਹਿਲੇ। There is a very thin line between comedy and bullying. ਤੇ ਉਹ ਲੋਕਾਂ ਨੂੰ ਕਿਉਂ ਨਹੀਂ ਸਮਝ ਆਉਂਦੀ, ਹਿੰਦੁਸਤਾਨ ਦੇ ਲੋਕਾਂ ਨੂੰ? ਕਿਸੇ ਤੇ ਹੱਸਣਾ, ਕਿਸੇ ਦੇ ਨਾਲ ਹੱਸਣਾ, ਦੋ ਵੱਖਰੀਆਂ ਚੀਜ਼ਾਂ ਹੁੰਦੀਆਂ। ਉਹ ਬੁਲਿੰਗ ਔਰ ਉਹ ਦੋਨੋਂ ਚੀਜ਼ਾਂ ਹੋ ਜਾਂਦੀਆਂ। ਹੁਣ ਸਾਡੀ ਕਮੇਡੀ ਜਿਹੜੀ ਹੈ ਨਾ ਪੰਜਾਬੀ ਫਿਲਮਾਂ ਦੀ, ਉਹ ਕਿਸੇ ਤੇ ਹੱਸਣਾ, ਕਿਸੇ ਤੇ ਹੱਸਣਾ, ਤੇਰਾ ਮੂੰਹ ਫਲਾਣੇ ਵਰਗਾ ਹੀ, ਉਹ ਤੇਰੇ ਮੂੰਹ ਖੋਤੇ ਵਰਗਾ, ਤੇਰਾ ਮੂੰਹ ਕੁੱਤੇ ਵਰਗਾ, ਬੁਲਿੰਗ ਹੋ ਗਿਆ। ਇਹ ਅਸੀਂ ਉਹਦੀ ਬੇਇੱਜ਼ਤੀ ਕਰ ਰਹੇ, ਬੇਇੱਜ਼ਤੀ ਕਰ ਰਹੇ। ਇਹ ਕਾਮੇਡੀ ਨਹੀਂ ਹੁੰਦੀ ਅਸਲ ਵਿੱਚ। ਇਹਦਾ ਮਤਲਬ ਕਿਸੇ ਤੇ ਹੱਸਣ ਵਾਲੀ ਗੱਲ ਹੈ। ਹਾਂਜੀ। ਤੇ ਇਹ ਸਾਡਾ ਦੁਰਭਾਗ ਹੈ ਕਿ ਵੀ ਇਹ ਇਦਾਂ ਦੀਆਂ ਫਿਲਮਾਂ ਬਣਦੀਆਂ ਪਈਆਂ ਨੇ। ਲੋਕੀ ਕਿਉਂਕਿ ਪੈਸਾ ਕਮਾਉਂਦੇ ਆ ਔਰ ਉਹ ਇਦਾਂ ਕਰੀ ਜਾਂਦੇ ਆ। ਮੈਂ ਘੱਟ ਫਿਲਮਾਂ ਕੀਤੀਆਂ, ਲੇਕਿਨ ਮੈਂ ਇਹ ਕਰ ਨਹੀਂ ਸਕਦਾ, ਮੇਰੇ ਕੋਲ ਹੋਣੀ ਹੀ ਨਹੀਂ। ਮੈਂ ਕਾਮੇਡੀ ਆਪਣੇ ਕੋਲੋਂ ਆਪਣੇ ਵੱਸ ਦੀ ਨਹੀਂ ਹੈਗੀ, ਔਰ ਇਸ ਤਰ੍ਹਾਂ ਦੀ ਕਾਮੇਡੀ ਤਾਂ ਬਿਲਕੁਲ ਵੀ ਵੱਸ ਦੀ ਨਹੀਂ ਹੈਗੀ। ਤੇ ਇਸ ਚੱਕਰ ਵਿੱਚ ਘੱਟ ਕੀਤੀਆਂ। 18 ਵਿੱਚ ਮੇਰੀ ਆਖਰੀ ਫਿਲਮ ਆਈ ਸੀਗੀ। ਉਸ ਤੋਂ ਬਾਅਦ ਇੱਕ ਬਣੀ ਪਈ ਹੈ, ਔਰ ਇੱਕ ਦੋ ਜਿਹੜੀਆਂ ਚੀਜ਼ਾਂ ਚੱਲਦੀਆਂ ਪਈਆਂ ਸੀਗੀਆਂ, ਉਹ ਕੁਝ ਰਹਿ ਗਈਆਂ, ਹੁਣ ਹੋ ਨਹੀਂ ਸਕਦੀਆਂ। ਭਾਜੀ ਨਹੀਂ ਰਹੇ ਤੇ ਇੱਕ ਦੋ ਚੀਜ਼ਾਂ ਹਟ ਗਈਆਂ ਵਿੱਚੋਂ ਦੀ ਹੁਣ। ਤੇ ਇੱਕ ਹੈਗੀ ਆ ਜੋ ਅਨਾਉਂਸ ਕੀਤੀ ਸੀ, ਥੋੜੀ ਜਿਹੀ ਸ਼ੂਟ ਕੀਤਾ ਸੀਗਾ, ਫਿਰ
ਭਾਈ ਦੀ ਵਜ੍ਹਾ ਨਾਲ ਫਿਰ ਇਸ ਸਮੇਂ ਦੁਬਾਰਾ ਹਾਲੇ ਪਤਾ ਨਹੀਂ ਕਦੋਂ ਕਰਾਂਗੇ। ਤੇ ਇੱਕ ਫਿਲਮ ਸੀਗੀ ਜਿਹੜੀ ਪੰਜਾਬ ਦੇ ਮਸਲਿਆਂ ਦੇ ਉੱਤੇ ਸੀਗੀ। ਹਾਂਜੀ। ਇੱਕ ਮਰਾਠੀ ਕਰੈਕਟਰ ਹੈ ਜੋ ਪੰਜਾਬ ਦੀ ਪ੍ਰੋਬਲਮ ਸੀਗੀ, ਉਸ ਦੀ ਨਜ਼ਰ ਤੋਂ ਆਪਾਂ ਦਿਖਾਉਣਾ ਚਾਹੁੰਦੇ ਹਾਂ ਕਿ ਉਸ ਸਮੇਂ ਕੀ ਪ੍ਰੋਬਲਮ ਸੀਗੀ। ਸਾਨੂੰ ਲੱਗਦਾ ਕਿ ਉਹ ਹਿੰਦੂ ਸਿੱਖ ਦਾ ਪੰਗਾ ਸੀਗਾ, ਜਦ ਕਿ ਉਹ ਸਰਕਾਰ ਵੱਲੋਂ ਬਣਾ ਦਿੱਤਾ ਜਾਂਦਾ ਕਿ ਹਿੰਦੂ ਸਿੱਖ ਦਾ ਮਸਲਾ। ਉਸ ਸਮੇਂ ਵੀ ਪੰਜਾਬ ਵੀ ਇਕੱਲਾ ਨਹੀਂ ਲੜ ਰਿਹਾ ਸੀਗਾ, ਉਸ ਸਮੇਂ ਤਮਿਲਨਾਡੂ ਵੀ ਲੜ ਰਿਹਾ ਸੀ, ਬੰਗਾਲ ਵੀ ਲੜ ਰਿਹਾ ਸੀ, ਕਸ਼ਮੀਰ ਵੀ ਲੜ ਰਿਹਾ ਸੀਗਾ, ਪੰਜਾਬ ਵੀ ਲੜ ਰਿਹਾ ਸੀਗਾ, 3 ਹੋਰ ਮਿਜ਼ੋਰਮ ਜੈਸੇ, ਮਣੀਪੁਰ ਜੈਸੇ ਇਹ ਵੀ ਲੜ ਰਹੇ ਸੀਗੇ, 7 ਸਟੇਟ ਲੜ ਰਹੇ ਸੀ। ਲੇਕਿਨ ਪੰਜਾਬ ਔਰ ਕਸ਼ਮੀਰ ਬਦਨਾਮ ਕਰਨ ਲਈ ਈਜ਼ੀ ਹੋ ਜਾਂਦਾ ਕਿਉਂਕਿ ਇੱਥੇ ਹਿੰਦੂ ਸਿੱਖ ਜਾਂ ਹਿੰਦੂ ਮੁਸਲਮਾਨ ਦਾ ਮੁੱਦਾ ਆਸਾਨੀ ਨਾਲ ਬਣ ਜਾਂਦਾ। ਬਿਲਕੁਲ। ਸਾਡੇ ਤੋਂ ਜ਼ਿਆਦਾ ਅਗਰੈਸਿਵਲੀ ਤਮਿਲ ਅੱਜ ਵੀ ਲੜਦੇ ਪਏ। ਉਹਨਾਂ ਨੇ ਪੂਰਾ ਸਟੇਟ ਪ੍ਰਧਾਨ ਮੰਤਰੀ ਮਾਰਿਆ, ਉਹਨਾਂ ਨੇ ਸਾਰਾ ਕੁਝ ਪ੍ਰਾਊਡ ਦੇ ਨਾਲ ਮਾਰਿਆ। ਉਹਨਾਂ ਨੇ ਮਾਫ ਉਹਦੇ ਉਹ ਬੰਦਾ ਵੀ ਮਾਫ ਕਰ ਦਿੱਤਾ ਉਹਨਾਂ ਨੇ। ਮਾਫ ਕਰਕੇ ਉਮਰ ਕੈਦ ਸੀਗੀ, ਉਹਨੂੰ 30 ਸਾਲ ਬਾਅਦ ਰਿਹਾ ਵੀ ਕਰਤਾ ਉਹਨਾਂ ਨੇ। ਰਿਹਾ ਕੀਤਾ। ਉਹਦੇ ਸੀਐਮ ਨੇ ਉਸਦੇ ਹਾਰ ਪਾ ਕੇ ਉਸਦਾ ਸਨਮਾਨਿਤ ਕੀਤਾ। ਆਪਣਾ ਭਗਵੰਤ ਮਾਨ ਕਰ ਸਕਦਾ? ਬਿਲਕੁਲ ਵੀ ਨਹੀਂ ਕਰ ਸਕਦਾ। ਪਹਿਲਾਂ ਦੇ ਉਹ ਰਿਹਾ ਹੀ ਨਹੀਂ ਕਰਦੇ ਪਏ ਤੇ ਸਾਡੇ ਤੋਂ ਅਗਰੈਸਿਵਲੀ ਤਾਂ ਉਹ ਲੋਕ ਚੱਲਦੇ ਪਏ ਨੇ। ਉਹ ਤੇ ਉੱਥੇ ਭਾਜੀ ਤਮਿਲ ਪਾਰਟੀ ਹੈ ਨਾ ਪਾਵਰ ਦੇ ਵਿੱਚ। ਤਮਿਲ ਪਾਰਟੀ, ਆਮ ਆਦਮੀ ਪਾਰਟੀ ਪੰਜਾਬ ਦੀ ਪਾਰਟੀ ਹੈ ਹੀ ਨਹੀਂ। ਹਾਂ। ਤੇ ਇਹ ਸਾਡੇ ਚੀਜ਼ ਹੈ ਕਿ ਜਿਹੜੀ ਇੱਕ ਆਪਾਂ ਫਿਲਮ ਬਣਾਉਣਾ ਚਾਹ ਰਹੇ ਹਾਂ, ਉਹਦਾ ਨਾਮ ਹਾਲੇ ਮੈਂ ਨਹੀਂ ਦੱਸ ਸਕਦਾ, ਮੈਂ ਆਪਣੇ ਭਾਈ ਨੂੰ ਦਿਖਾ ਰਿਹਾ ਸੀਗਾ। ਤੇ ਉਹ ਇੱਕ ਫਿਲਮ ਹੈ ਜਿਸ ਦੇ ਵਿੱਚ ਦੀਪ ਭਾਈ ਇੱਕ ਸਪੈਸ਼ਲ ਅਪੀਅਰੈਂਸ ਸੀਗੇ। ਠੀਕ ਹੈ। ਉਹ ਸ਼ਾਇਦ ਹੁਣ ਆਪਾਂ ਕਿਸੇ ਹੋਰ ਦੇ ਨਾਲ ਪਲਾਨ ਕਰਾਂਗੇ ਕਿ ਉਹ ਇੱਕ ਕਰਨਾ ਚਾਹ ਰਹੇ ਹਾਂ। ਠੀਕ ਹੈ। ਮੈਂ ਤੇ ਬਹੁਤ ਤੁਹਾਡੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ, ਫਰੈਂਕਲੀ ਸਪੀਕਿੰਗ, ਦੀਪਾ ਜੀ ਦੇ ਹਿਸਾਬ ਦੇ ਨਾਲ ਵੀ। ਤੇ ਤੁਸੀਂ ਨਾਰੂ ਸਾਹਿਬ ਕੁਝ ਜਿਹੜੀ ਬੁਲਿੰਗ ਤੇ ਤੁਸੀਂ ਗੱਲ ਕੀਤੀ ਹੈ, ਰੀਸੈਂਟਲੀ ਇੱਕ ਲੇਡੀ ਸੀਗੀ ਐਕਟਰ, ਕਾਮੇਡੀਅਨ ਜਿਹਨੂੰ ਕਹਿੰਦੇ ਆ, ਤੇ ਉਹਨੇ ਟੀਵੀ ਸ਼ੋਅ ਤੇ ਹੱਦ ਹੀ ਕਰਤੀ ਕਿ ਹਾਂ ਵੀ ਦਾੜੀ 'ਚ ਜੂਆਂ ਪੈ ਗਈਆਂ, ਫਲਾਣਾ ਪੈ ਗਿਆ, ਐਂਡ ਸ਼ੀ ਬਿਲੋਂਗਸ ਟੂ ਸਿੱਖ ਫੈਮਿਲੀ ਹਰਸੈਲਫ। ਨਹੀਂ ਹਾਂ, ਨੇਪਾਲ ਦੀ ਹੈ। ਨੇਪਾਲ ਪੰਜਾਬਣ ਨਹੀਂ ਹੈਗੇ? ਨਹੀਂ, ਨੇਪਾਲ ਰਹੀ ਹੈ, ਅੰਮ੍ਰਿਤਸਰ ਰਹੀ ਹੈ ਨਾ। ਸੋ ਸ਼ੀ ਨੋਜ਼ ਅਬਾਊਟ ਦੀ ਕਲਚਰ, ਰਾਈਟ। ਅੰਮ੍ਰਿਤਸਰ ਰਹੀ ਹੈ, ਉਹਦੇ ਕਲਚਰ ਦਾ ਪਤਾ ਉਹਨੂੰ। ਪਰ ਇਹ ਤੇ ਇੱਕ ਤਰੀਕੇ ਨਾਲ ਕਾਮੇਡੀ ਦੀ ਹੱਦ ਹੀ ਹੋ ਗਈ ਕਿ ਤੁਸੀਂ ਵਲਗਰ ਤਰੀਕੇ ਨਾਲ ਕਾਮੇਡੀ ਕਰਨੀ ਸ਼ੁਰੂ ਕਰ ਦਿੰਦੇ ਹੋ। ਕਦੀ ਕਿਸੇ ਕਮਿਊਨਿਟੀ ਨੂੰ ਟਾਰਗੇਟ ਕਰਦੇ ਹੋ ਕਾਮੇਡੀ ਵਾਸਤੇ, ਕਦੀ ਕਿਸੇ ਨੂੰ ਕਰਦੇ ਹੋ, ਕਦੀ ਕਿਸੇ ਨੂੰ ਕਰਦੇ ਹੋ। ਐਂਡ ਆਈ ਥਿੰਕ ਇਟ ਇਜ਼ ਨਾਟ ਦੀ ਡਨ ਥਿੰਗ। ਕਾਮੇਡੀ ਦੇ ਵਿੱਚ ਥੋੜ੍ਹਾ ਜਿਹਾ ਸੁਧਾਰ ਆਉਣਾ ਵੀ ਚਾਹੀਦਾ ਹੈ, ਅਤੇ ਮੇਰੇ ਖਿਆਲ ਜਾਏਗਾ ਵੀ ਵਕਤ ਦੇ ਨਾਲ, ਤਕਾਜ਼ੇ ਨਾਲ, ਕਿ ਜਿੱਦਾਂ ਜਿੱਦਾਂ ਲੋਕ ਰਿਅਲਾਈਜ਼ ਕਰਦੇ ਆ, ਪ੍ਰੋਟੈਸਟ ਕਰਦੇ ਨੇ। ਅਤੇ ਕਾਮੇਡੀ ਦੀ ਹੋਰ ਵੀ ਬੜੀ ਮੂਵੀਜ਼ ਅਸੀਂ ਵੇਖੀਆਂ ਨੇ, ਅਤੇ ਇਹ ਵੀ ਕਾਮੇਡੀ ਹੀ ਵੇਖਦੇ ਪਏ ਹਾਂ। ਉਹ ਵੀ ਦੌਰ ਸੀਗਾ ਤੇ ਇਹ ਵੀ ਦੌਰ ਆ। ਮੇਰੇ ਖਿਆਲ 'ਚ ਦੌਰ ਜਲਦੀ ਲੁੱਬਾ ਜੀ ਮੁੱਕ ਜਾਣਾ ਹੈ। ਕਲਸੀ ਜੀ, ਮੈਂ ਥੋੜ੍ਹਾ ਜਿਹਾ ਐਡ ਅਪ ਕਰਨਾ ਚਾਹੁੰਦਾ, ਤੁਸੀਂ ਵੀ ਇਹਦੇ 'ਤੇ ਥੋੜ੍ਹੀ ਰੋਸ਼ਨੀ ਪਾਓ। ਜਿਹੜਾ ਭਾਰਤੀ ਸਿੰਘ ਵਾਲਾ ਐਪੀਸੋਡ ਹੈ, ਭਾਰਤੀ ਸਿੰਘ ਨੇ ਮਾਫੀ ਮੰਗੀ ਆ, ਅਪੋਲੋਜਾਈਜ਼ ਕੀਤਾ। ਸਭ ਤੋਂ ਪਹਿਲੇ ਨਾ ਤਾਂ ਕੋਈ ਹਿੰਦੂ ਉਹਦੇ ਤੋਂ ਫੈਂਡ ਹੋਇਆ, ਮੈਂ ਬੜਾ ਕਲੀਅਰਲੀ ਨਾਂ ਲੈਂਦਾ ਹੈਗਾ, ਨਾ ਕੋਈ ਮੁਸਲਮਾਨ ਹੋਇਆ। ਉਹਨੇ ਕਿਹਾ ਪੰਜਾਬੀ ਜਿੱਥੇ ਹਿੰਦੂ, ਮੁਸਲਮਾਨ, ਸਿੱਖ ਸਾਰੇ ਆਉਂਦੇ। ਔਰ ਸਿੱਖ ਇਕੱਲੇ ਪੰਜਾਬੀ ਨਹੀਂ ਹੈਗੇ, ਉਹ ਥਰੂਆਊਟ ਵਰਲਡ ਫੈਲੇ ਹੋਏ ਨੇ, ਥਰੂਆਊਟ ਆਲ ਸਟੇਟਸ ਫੈਲੇ। ਬਿਹਾਰ ਵਿੱਚ ਜਿਹੜੇ ਸਿੱਖ ਹੈਗੇ ਨੇ ਉਹ ਉੱਥੋਂ ਦੀ ਲੈਂਗੁਏਜ ਬੋਲਦੇ ਨੇ। ਜਿਹੜੇ ਆਪਣੇ ਸਾਊਥ ਇੰਡੀਅਨ ਨੇ ਉਹ ਸਾਊਥ ਇੰਡੀਅਨ ਲੈਂਗੁਏਜ ਬੋਲਦੇ ਨੇ, ਉਹ ਪੰਜਾਬੀ ਨਹੀਂ ਹੈਗੇ। ਮਗਰ ਸਿਰਫ ਸਭ ਤੋਂ ਜ਼ਿਆਦਾ ਅਫੈਂਡ ਕੀਤਾ। ਔਰ ਉਹ ਓਵਰਆਲ ਜਦੋਂ ਮਾਫੀ ਮੰਗਦੀ ਪਈ, ਉਹ ਨਮਸਕਾਰ ਕਹਿੰਦੀ, ਉਹਨੇ ਸਤਿ ਸ੍ਰੀ ਅਕਾਲ ਦਾ ਤਾਂ ਨਾਂ ਹੀ ਨਹੀਂ ਲਿਆ ਉਹਦੇ 'ਚ, ਕਿ ਹਾਂ ਉਹਨੂੰ ਪਤਾ ਹੈ ਕਿ ਇਹ ਤਬਕਾ ਜਿਹੜਾ ਅਫੈਂਡ ਹੋਇਆ ਹੈਗਾ। ਤੇ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ, ਕਿ ਉਹ ਰੀਅਲੀ ਸੀਰੀਅਸ ਜਾਂ ਰੀਅਲੀ ਜੈਨੂਇਨ ਸੀ ਮਾਫੀ ਮੰਗਣ ਵੇਲੇ, ਕਿ ਸ਼ੀ ਹੈਜ਼ ਸਮ ਏਜੰਡਾ? ਮੈਨੂੰ ਤਾਂ ਬੜੀ ਮਾਫੀ ਜਿਹੜੀ ਕੈਜੂਅਲ ਜੀ ਲੱਗੀ, ਉਹ ਸਿਰਫ ਇੱਕ ਫਾਰਮੈਲਿਟੀ ਦੇ ਤੌਰ ਤੇ ਕਿਹਾ ਹੈ, ਥੋੜਾ ਜਿਹਾ ਪੈਰਾ ਠੰਡਾ ਹੋ ਜਾਏ, ਮੈਂ ਫਸ ਨਾ ਜਾਵਾਂ, ਹਾਂਜੀ, ਮੇਰੇ ਸ਼ੋਅ ਤੇ ਫਰਕ ਨਾ ਪੈ ਜਾਏ, ਹਾਂਜੀ, ਪ੍ਰੋਡਿਊਸਰ ਬਾਹਰ ਕਰ ਦਿੰਦਾ। ਮਾਫੀ ਦੀ ਵਰਡਿੰਗ ਤੁਸੀਂ ਵੇਖੋ ਕਿ ਜੇ ਮੈਂ ਕੀਤੀ ਵੀ ਆ ਜਾਂ ਨਹੀਂ ਵੀ ਕੀਤੀ ਗਲਤੀ, ਤੇ ਮੈਨੂੰ ਮਾਫ ਕਰ ਦਿਓ। ਕੈਜੂਅਲ ਵੇ ਦੇ ਨਾਲ ਸੀ। ਤੇ ਦੂਜੀ ਗੱਲ, ਲੋਕ ਇਹ ਵੀ ਭੁੱਲ ਗਏ ਹੈਗੇ ਨੇ, ਇਹੋ ਭਾਰਤੀ ਸਿੰਘ ਹੈ ਤੇ ਉਹਦਾ ਹਸਬੈਂਡ ਹੈ ਜਿਹੜੇ ਡਰੱਗਸ ਦੇ ਚਾਰਜਿਸ ਵਿੱਚ ਫਸ ਗਏ ਸਨ, ਤੇ ਕਿੰਨੀ ਜਲਦੀ ਦੁਨੀਆ ਨੇ ਉਹਨਾਂ ਨੂੰ ਮਾਫ ਕਰ ਦਿੱਤਾ। ਤੇ ਹੁਣ ਕਿਸ ਗੱਲ ਦੀ ਉਹ ਮਾਫੀ ਮੰਗਦੀ ਪਈ? ਉਸ ਵੇਲੇ ਵੀ ਉਹਨੇ ਮਾਫੀ ਬੜੀ ਕੈਜੂਅਲ ਮੰਗੀ ਸੀ। ਸੋ ਡੋਂਟ ਨੋ। ਤੇ ਐਨੀਵੇ ਬੜੀ ਖੁਸ਼ੀ ਹੁੰਦੀ ਹੈ ਕਿ ਦਲਜੀਤ ਕਲਸੀ ਜੇ ਵਰਗੇ ਬੰਦੇ ਹੈਗੇ ਨੇ ਸਾਡੇ ਮੂਵੀ ਇੰਡਸਟਰੀ ਦੇ ਵਿੱਚ। ਤੁਸੀਂ ਕੋਈ ਫਾਰਮਲ ਟ੍ਰੇਨਿੰਗ ਲਈ ਐਜ਼ ਐਨ ਐਕਟਰ ਐਂਟਰ ਕਰਨ ਵਾਸਤੇ ਇੰਡਸਟਰੀ ਨੂੰ, ਕਿ ਕਿੱਦਾਂ ਤੁਹਾਡਾ ਬੈਕਗਰਾਉਂਡ ਕਿੱਥੋਂ ਦੇ ਕੇ ਬਿਲੋਂਗ ਕਰਦੇ ਤੁਸੀਂ? ਮੈਂ ਵੈਸੇ ਤੁਹਾਡੇ ਉੱਥੇ ਦਾ ਹੀ ਹਾਂ, ਅੰਮ੍ਰਿਤਸਰ ਤੋਂ ਹੀ ਹਾਂ ਮੈਂ ਵੀ।
ਤੇ ਮੈਂ ਡਾਇਰੈਕਟਰ ਬਣਨਾ ਚਾਹੁੰਦਾ ਸੀਗਾ। ਮੈਂ ਸ਼ੁਰੂ ਤੋਂ ਬਚਪਨ ਤੋਂ ਹੀ ਮੇਰੇ ਦਿਮਾਗ 'ਚ ਸੀਗਾ, ਹਾਲਾਂਕਿ ਇਹ ਵੀ ਨਹੀਂ ਪਤਾ ਕਿ ਡਾਇਰੈਕਟਰ ਹੁੰਦਾ ਕੀ ਹੈ। ਤੇ ਕਰਦੇ ਕਰਦੇ ਐਕਟਰ ਬਣਨ ਦਾ ਜਦੋਂ ਦਿਮਾਗ ਦੇ ਵਿੱਚ ਆਇਆ ਕਿ ਐਕਟਰ ਬਣਨਾ, ਫਿਰ ਮੈਂ ਬੈਰੀ ਜੌਨ ਸਾਹਿਬ ਨੇ, ਜੋ ਸ਼ਾਹਰੁਖ ਖਾਨ ਸਾਹਿਬ ਦੇ ਵੀ ਐਕਟਿੰਗ ਦੇ ਗੁਰੂ ਨੇ, ਉਹਨਾਂ ਦੇ ਨਾਲ ਸਾਥ ਰਿਹਾ, ਉਹਨਾਂ ਦੇ ਕੋਲ ਐਕਟਿੰਗ ਸਿੱਖੀ। ਫਿਰ ਸਰਦਾਰ ਸਾਹਿਬ ਸ਼ੁਰੂ ਕੀਤੀ ਸੀਗੀ, ਮਤਲਬ ਪ੍ਰੋਪਰ ਟ੍ਰੇਨਿੰਗ ਲੈ ਕੇ ਐਕਟਿੰਗ ਦੀ ਸਾਰਾ ਤੇ ਕੰਮ ਕਰਕੇ। ਅੰਮ੍ਰਿਤਸਰ ਤੋਂ ਲੈ ਕੇ ਤੇ ਬੰਬੇ ਦਾ ਸਫ਼ਰ ਕਿੱਦਾਂ ਤੁਸੀਂ ਤੈਅ ਕੀਤਾ? ਬੰਬੇ ਮੈਂ ਜਦ ਮੇਰੇ ਖਿਆਲ 19 ਕੁ ਸਾਲਾਂ ਦਾ ਸੀਗਾ, ਅੱਜ ਮੈਂ 50 ਪਲੱਸ ਹਾਂ, ਤੇ 31 ਕੁ ਸਾਲ ਪਹਿਲਾਂ ਮੈਂ ਬੰਬੇ ਤੁਰ ਗਿਆ ਸੀ। ਤੇ ਉਦੋਂ ਮੇਰੇ ਫਾਦਰ ਸਾਹਿਬ ਦੀ ਦਿੱਲੀ ਫੈਕਟਰੀ ਹੁੰਦੀ ਸੀ, ਤੇ ਉਹ ਬੜੇ ਖਿਲਾਫ ਸੀਗੇ ਕਿ ਤੂੰ ਕਿਹੜੇ ਕੰਮਾਂ 'ਚ ਪੈਣ ਲੱਗਿਆ। ਮੈਂ ਉੱਥੇ ਚਲਾ ਗਿਆ, ਉੱਥੇ ਜਾ ਕੇ ਜਿਹੜੇ ਚੌਲ ਹੁੰਦੇ ਆ ਸਿਸਟਮ, ਚੌਲਾਂ ਦੇ ਵਿੱਚ ਰਹਿੰਦਾ ਸੀਗਾ, ਪੈਸੇ ਨਹੀਂ ਹੁੰਦੇ ਸੀਗੇ ਖਾਣ ਨੂੰ, ਤੇ ਉੱਥੇ ਬੜੀ ਸਸਤੀ ਇੱਕ ਚੀਜ਼ ਮਿਲਦੀ, ਵੜਾ ਪਾਓ, ਆਲੂ ਦਾ ਪਕੌੜਾ ਜਿਹਾ ਹੁੰਦਾ, ਬ੍ਰੈਡ ਦੇ ਵਿੱਚ ਉਹ ਦੇ ਦਿੰਦੇ, ਮਿਰਚਾਂ ਸਾੜੀਆਂ ਹੁੰਦੀਆਂ ਉਹਦੇ ਵਿੱਚ ਬਹੁਤ ਸਾਰੀਆਂ। ਮੈਂ ਮਿਰਚ ਮਸਾਲੇ ਖਾ ਨਹੀਂ ਸਕਦਾ, ਲੇਕਿਨ ਉਦੋਂ ਰੁਪਈਏ ਕਦਾ ਆਉਂਦਾ ਸੀ ਮੇਰੇ ਖਿਆਲ, ਤੇ ਪੈਸੇ ਹੁੰਦੇ ਨਹੀਂ ਸੀਗੇ, ਤੇ ਉਹੀ ਖਾਣਾ ਪੈਂਦਾ ਸੀ, ਮਿਰਚਾਂ ਵਾਲਾ ਉਹ ਖਾਂਦਾ ਸੀ। ਤੇ ਸਾਲ ਡੇਢ ਸਾਲ ਮੈਂ ਉੱਥੇ ਰਿਹਾ। ਫਿਰ ਮੈਂ ਦਿੱਲੀ 에ਅਰਪੋਰਟ ਦੇ ਉੱਤੇ ਸਰਵਿਸ ਕੀਤੀ। ਮੈਂ ਦਿੱਲੀ ਆਇਆ ਸੀਗਾ, ਸਾਡੇ ਇੱਕ ਮੇਰੇ ਫਾਦਰ ਸਾਹਿਬ ਦੇ ਭਰਾਵਾਂ ਵਰਗੇ ਦੋਸਤ ਸੀਗੇ, ਦੱਤਾ ਸਾਹਿਬ, ਉਹਨਾਂ ਨੇ ਮੈਨੂੰ 에ਅਰਪੋਰਟ ਤੇ ਲਵਾਤਾ। ਤੇ ਪਹਿਲੀ ਮੈਂ ਜ਼ਿੰਦਗੀ ਦੀ ਨੌਕਰੀ ਕੀਤੀ ਉੱਥੇ। 1800 ਰੁਪਏ ਮਹੀਨਾ ਮੈਨੂੰ ਮਿਲਣਾ ਸ਼ੁਰੂ ਹੋਇਆ ਸੀਗਾ, ਸ਼ਾਇਦ ਇਹ 28-29 ਸਾਲ ਪਹਿਲਾਂ ਦੀ ਗੱਲ। ਤੇ ਉਦੋਂ 1800 ਵੀ ਛੋਟਾ ਅਮਾਉਂਟ ਨਹੀਂ ਹੁੰਦਾ ਸੀਗਾ, ਤੇ 1800 ਦੇ ਮੈਂ ਸ਼ੁਰੂ ਹੋਇਆ ਸੀਗਾ। ਤੇ ਅੱਗੇ ਚੱਲਦੇ ਚੱਲਦੇ ਫਿਰ 2000 ਦੇ ਵਿੱਚ ਮੈਂ ਆਪਣਾ ਬਿਜ਼ਨਸ ਸ਼ੁਰੂ ਕੀਤਾ ਸੀਗਾ, ਕਿਤਾਬਾਂ ਕਤੂਬਾਂ ਲਿਖਦਾ ਰਿਹਾ, ਬਿਜ਼ਨਸ ਕਰਦਾ ਰਿਹਾ, ਤੇ ਇੱਥੇ ਬੈਠਾ ਜਿਵੇਂ ਤੁਹਾਡੇ ਸਾਹਮਣੇ ਕਰ ਰਿਹਾ ਸੀ। ਤੇ ਮੇਰੇ ਖਿਆਲ ਬਹੁਤ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਨ ਦਾ। ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਪਬਲਿਕ ਨੂੰ, ਕਿਉਂਕਿ ਕਾਫੀ ਲੋਕ ਜੁੜੇ ਹੋਏ ਨੇ ਇਸ ਚੈਨਲ ਦੇ ਵਿੱਚ। ਤੇ ਮੈਂ ਉਹੀ ਗੱਲ ਪਹਿਲਾਂ ਵੀ ਜਿੱਥੋਂ ਸ਼ੁਰੂ ਕੀਤੀ ਸੀਗੀ, ਮੈਂ ਉਹੀ ਗੱਲ ਵਾਰਿਸ ਪੰਜਾਬ ਦੇ ਅਸੀਂ ਲੋਕਾਂ ਨੂੰ ਉਹਨਾਂ ਦੇ ਵਿਰਸੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਦੀ ਹੈ। ਸੋ ਦੀਪ ਭਾਜੀ ਹਮੇਸ਼ਾ ਕਿਹਾ ਕਰਦੇ ਸੀਗੇ ਕਿ ਪੰਜਾਬ ਦੀਆਂ ਜਾਂ ਪੰਜਾਬੀਆਂ ਦੀਆਂ ਜਾਂ ਸਾਡੀਆਂ ਜਿਹੜੀਆਂ ਮੇਨ ਜਿਹੜੀਆਂ ਸਮੱਸਿਆਵਾਂ ਨੇ, ਉਸ ਦਾ ਵਜ੍ਹਾ ਇਹ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੁੰਦੇ ਜਾਂਦੇ ਹਾਂ, ਤੇ ਸਾਡੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਆਉਂਦੀਆਂ। ਇਹਨਾਂ ਦਾ ਹੱਲ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਪਿਆ ਹੈ। ਇਸ ਨੂੰ ਡਿਟੇਲ ਤੇ ਕਿਸੇ ਦਿਨ ਫੇਰ ਗੱਲ ਕਰ ਲਵਾਂਗੇ, ਲੇਕਿਨ ਇਹ ਮੇਰਾ ਖੁਦ ਦਾ ਐਕਸਪੀਰੀਅੰਸ ਹੈ। ਮੈਂ ਬੰਬੇ ਦਿੱਲੀ ਦੇ ਵਿੱਚ ਰਹਿ ਕੇ ਮੈਂ ਗੁਰੂ ਸਾਹਿਬ ਤੋਂ ਥੋੜਾ ਦੂਰ ਹੋ ਗਿਆ ਸੀ। ਦੀਪ ਭਾਈ ਦੀ ਵਜ੍ਹਾ ਨਾਲ ਮੈਂ ਨੇੜੇ ਆਉਂਦਾ ਜਾ ਰਿਹਾ। ਮੈਨੂੰ ਪਤਾ ਨਹੀਂ ਕਿ ਕਦੋਂ ਮੇਰੇ ਅੰਦਰ ਹੁਣੇ ਇਹ ਹੁੰਦਾ ਪਿਆ ਕਿ ਕਿਦਨ ਪੱਗ ਬੰਨ੍ਹਣੀ ਸ਼ੁਰੂ ਕਰਨਾ, ਲੇਕਿਨ ਪੱਗ ਜਿੱਦਣ ਬੰਨ੍ਹੀ ਉਦੋਂ ਮੈਂ ਮਜ਼ਾਕ ਦੇ ਤੌਰ ਤੇ ਨਹੀਂ ਬੰਨਾਂਗਾ ਕਿ ਬੰਨ ਲਈ ਤੇ ਅਗਲੇ ਦਿਨ ਫਿਰ ਲਾਤੀ, ਜਿੱਦਣ ਬੰਨ ਲਈ ਉਦੋਂ ਫਿਰ ਬੰਨ ਲੈਣੀ ਹੈ। ਤੇ ਇਹ ਮੇਰਾ ਹੋ ਜਾਣਾ। ਤੇ ਸਾਡੀਆਂ ਸਮੱਸਿਆਵਾਂ ਦਾ ਹੱਲ ਗੁਰੂ ਸਾਹਿਬ ਦੇ ਕੋਲ ਹੀ ਪਿਆ ਹੋਇਆ। ਜਿੰਨਾ ਜ਼ਿਆਦਾ ਹੋਵੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ, ਪੰਜਾਬ ਦੇ ਨਾਲ ਜੁੜੀਏ, ਪੰਜਾਬ ਦੇ ਇਤਿਹਾਸ ਦੇ ਨਾਲ ਜੁੜੀਏ। ਥੈਂਕ ਯੂ ਵੈਰੀ ਮਚ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। ਹਾਂਜੀ, ਕਲਸੀ ਸਾਹਿਬ, ਤੁਹਾਡੇ ਸ਼ੋਅ ਦੇ ਵਿੱਚ ਆਉਣ ਦਾ ਤੇ ਬੜਾ ਐਂਟਰਟੇਨਿੰਗ ਸ਼ੋਅ ਸੀਗਾ। ਤੁਸੀਂ ਬੜੀ ਸੀਰੀਅਸ ਵੀ ਗੱਲਾਂ ਕੀਤੀਆਂ, ਅਸੀਂ ਲਾਈਟ ਗੱਲਾਂ ਵੀ ਕੀਤੀਆਂ, ਮੂਵੀ ਵੀ ਕਵਰ ਕੀਤੇ, ਅਸੀਂ ਪੋਲੀਟਿਕਸ ਵੀ ਕਵਰ ਕੀਤੇ, ਸੋਸ਼ਲ ਮੀਡੀਆ ਵੀ ਕਵਰ ਕੀਤਾ, ਤੇ ਨਾਲ ਅਸੀਂ ਵਿਰਸਾ ਪੰਜਾਬ ਦੇ ਤੁਹਾਡੀ ਇੰਟਰੋਡਕਸ਼ਨ ਹੋ ਗਈ ਸਾਡੇ ਵਿਊਅਰਸ ਨੂੰ ਕਿ ਹਾਂ ਵੀ ਇੱਕ ਐਸਾ ਵੀ ਸੋਸ਼ਲ ਆਰਗੇਨਾਈਜੇਸ਼ਨ ਹੈਗਾ ਜਿਹੜਾ ਦੀਪ ਸਿੱਧੂ ਫਾਊਂਡ ਕਰ ਗਏ ਆ, ਜੇ ਤੇ ਤੁਸੀਂ ਇਸ ਵੇਲੇ ਐਕਟਿਵ ਹੋ। ਹੋਰ ਬੜੇ ਜਾਂਦੇ ਐਕਟਿਵ ਵਾਰਿਸ ਪੰਜਾਬ ਦੇ ਵਿੱਚ। ਸੋ ਵਾਰਿਸ ਪੰਜਾਬ ਦਾ ਜਿਹੜਾ ਆਰਗੇਨਾਈਜੇਸ਼ਨ ਆ, ਸੋ ਇਹਨੂੰ ਤੁਸੀਂ ਵਾਚ ਕਰਦੇ ਰਹੋ। ਹੋ ਸਕਦਾ ਕੱਲ੍ਹ ਵਾਲੇ ਟਾਈਮ ਦੇ ਆਉਣ ਵਾਲੇ ਟਾਈਮ ਦੇ ਵਿੱਚ ਜੋ ਖਬਰਾਂ ਆਉਂਦੀਆਂ ਪਈਆਂ ਨੇ, ਇਹ ਜਿਹੜਾ ਆਰਗੇਨਾਈਜੇਸ਼ਨ ਹੈਗਾ ਵਾਰਿਸ ਪੰਜਾਬ ਦਾ, ਨਾਨ ਪੋਲੀਟੀਕਲ, ਇਹ ਪੋਲੀਟਿਕਸ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਉਹਨੂੰ ਇਫੈਕਟ ਕਰਨ ਦੀ ਕੋਸ਼ਿਸ਼ ਕਰੇਗਾ, ਕਿਉਂਕਿ ਪੋਲੀਟਿਕਸ ਇਸ ਵੇਲੇ ਪੰਜਾਬ ਦੇ ਵਿੱਚ ਅੱਜ ਦੇ ਦਿਨ ਪੋਲੀਟਿਕਸ ਇੱਕ ਧੰਦਾ ਬਣ ਗਿਆ, ਇੱਕ ਬਿਜ਼ਨਸ ਬਣ ਗਿਆ ਵਾ, ਆਪਣੇ ਆਪ ਨੂੰ ਪੈਸੇ ਕਮਾਉਣ ਦਾ ਤੇ ਹੋਰ ਚੀਜ਼ਾਂ ਕਰਨ ਦਾ। ਕਿ ਅਸੀਂ ਕੈਨੇਡਾ 'ਚ ਬੈਠੇ ਹਾਂ, ਕੈਨੇਡਾ 'ਚ ਪੋਲੀਟਿਕਸ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਤੁਸੀਂ ਪੋਲੀਟਿਕਸ 'ਚ ਪੈਸੇ ਕਮਾ ਸਕਦੇ ਹੋ। ਤੁਹਾਨੂੰ ਜੇ ਤਨਖਾਹ ਮਿਲਦੀ ਹੈ ਐਜ਼ ਐ MPP ਜਾਂ MP, ਤੁਸੀਂ ਉਸ ਸੈਲਰੀ ਦੇ ਵਿੱਚ ਗੁਜ਼ਾਰਾ ਕਰਦੇ ਹੋ। $2 ਲੱਖ ਮਿਲਦਾ, 3 ਲੱਖ ਮਿਲਦਾ, 2.5 ਲੱਖ ਮਿਲਦਾ, 1.5 ਲੱਖ ਮਿਲਦਾ, ਕਾਉਂਸਲਰ ਨੂੰ ਮਿਲਦਾ। ਇੱਥੇ ਇੱਕ ਸਿਸਟਮ ਬਣਿਆ ਹੋਇਆ।
ਨਾ ਕੋਈ ਗੱਡੀ ਅੱਗੇ ਹੁੰਦੀ ਹੈ ਐਮਪੀ ਦੇ ਜਾਂ ਮਿਨਿਸਟਰ ਦੇ, ਨਾ ਪਿਛਲੇ ਪਾਸੇ ਗੱਡੀ ਹੁੰਦੀ ਹੈ। ਉਹ ਤਾਂ ਹਰ ਇੱਕ ਬੰਦੇ ਕੋਲ ਜਿਹਦੇ ਕੋਲ 10 ਬੰਦੇ ਸਿਕਿਉਰਿਟੀ ਤੇ ਨਹੀਂ ਹੈਗੇ ਉਹਨੂੰ ਲੋਕੀ ਸਮਝਦਾ ਜੀ ਇਹ ਨਿਖੱਧ ਹੈਗਾ, ਪੋਲੀਟੀਸ਼ੀਅਨ ਹੈ ਹੀ ਨਹੀਂ। ਜੀ ਸੋ ਇਹ ਜਿਹੜਾ VIP ਕਲਚਰ ਹੈਗਾ, ਇਹ ਅਸੀਂ ਉਹਦਾ ਜਿਹੜਾ CRPC ਐਕਟ ਬਣਿਆ ਵਾ 1800 ਤੇ ਕਿੰਨੇ ਸੰਨ 'ਚ ਬਣਿਆ ਸੀਗਾ, ਜਿਹੜਾ ਅੰਗਰੇਜ਼ ਛੱਡ ਕੇ, ਜਿਹਨੂੰ ਅਸੀਂ ਬਗੈਰ ਕਿਸੇ ਬਦਲਾਅ ਤੋਂ ਅਸੀਂ 1948-50 ਦੇ ਵਿੱਚ ਅਸੀਂ ਅਡਾਪਟ ਕਰ ਲਿਆ। ਤੇ ਅੱਜ ਦੇ ਦਿਨ ਜਿਹੜਾ ਵੀ ਸਰਕਾਰ ਆ ਜਾਂਦੀ ਹੈ ਉਹ ਲੋਕਾਂ ਨੂੰ ਇਹ ਵੀ ਸਮਝਦੀ ਹੈ ਕਿ ਅਸੀਂ ਹਾਕਮ ਆ, ਤੇ ਇਹ ਜਿਹੜੀ ਸਾਡੀ ਪ੍ਰਜਾ ਆ, ਵੇਅਰ ਇਜ਼ ਇਟ ਇਜ਼ ਅਦਰ ਵੇ ਅਰਾਊਂਡ, ਕਿ ਜਿਹੜੇ ਸਾਡਾ ਕਨਸਟੀਟਿਊਸ਼ਨ ਆ ਇੰਡੀਆ ਦਾ ਉਹ ਇਹ ਕਹਿੰਦਾ ਆ ਕਿ ਲੋਕੀ ਸੁਪਰੀਮ ਨੇ, ਇਹ ਜਿਹੜੇ ਨੇ ਸੇਵਾਦਾਰ ਨੇ। ਮਗਰ ਅੱਜ ਦੇ ਦਿਨ ਅਸੀਂ ਵੇਖੀਏ ਤੇ ਸਭ ਕੁਝ ਉਲਟ ਪੁਲਟ ਹੈਗਾ। ਅਸੀਂ ਇਹ ਚਾਹੁੰਦੇ ਹਾਂ ਕਿ ਜਿੱਦਾਂ ਵਾਰਿਸ ਪੰਜਾਬ ਇੱਕ ਆਰਗੇਨਾਈਜੇਸ਼ਨ ਬਣਿਆ ਨਾਨ ਪੋਲੀਟੀਕਲ, ਇਹੋ ਜਿਹੇ ਪ੍ਰੈਸ਼ਰ ਆਰਗੇਨਾਈਜੇਸ਼ਨ ਜਦੋਂ ਬਣਦੇ ਨੇ ਉਹਦੇ ਨਾਲ ਹੋ ਸਕਦਾ ਕਿ ਲੋਕਾਂ ਦੀ ਅੱਖਾਂ ਖੁੱਲ ਜਾਣ, ਇੱਕ ਲੋਕਾਂ ਨੂੰ ਮੋਟੀਵੇਸ਼ਨ ਮਿਲ ਜਾਏ, ਲੋਕਾਂ ਨੂੰ ਜਾਗਰਤੀ ਆ ਜਾਏ, ਇੱਕ ਤਰ੍ਹਾਂ ਦੀ ਜਾਗਰਤੀ ਆ ਕਿ ਤੁਸੀਂ ਉੱਠੋ ਬੈਠੋ। ਇਹ ਜਿੱਦਾਂ ਆਮ ਆਦਮੀ ਪਾਰਟੀ ਹੁਣ ਕਿਉਂ ਜਿੱਤੀ ਹੈ, ਇਸ ਕਰਕੇ ਕਿ ਲੋਕੀ ਥੱਕ ਚੁੱਕੇ ਨੇ ਕਨਵੈਨਸ਼ਨਲ ਪੋਲੀਟਿਕਸ ਤੋਂ। ਮਗਰ ਅਸੀਂ ਅੱਜ ਜਦੋਂ ਆਮ ਆਦਮੀ ਪਾਰਟੀ ਜਿੱਤ ਗਈ ਹੈ, ਉਹਨਾਂ ਨੇ 5 MP ਜਦੋਂ ਭੇਜਣੇ ਸੀਗੇ ਰਾਜ ਸਭਾ 'ਚ, ਉਹਨਾਂ ਨੇ ਟਿਪੀਕਲ ਕਨਵੈਨਸ਼ਨਲ ਪੋਲੀਟਿਕਸ ਕਰਕੇ ਸਾਰੇ ਬੰਦੇ ਬਾਹਰ ਦੇ ਭੇਜਤੇ। ਤੇ ਜਿਹੜੇ ਕਿ ਪੰਜਾਬ ਬਾਰੇ ਕਿਸੇ ਨੂੰ ਕੋਈ ਇਲਤਾ ਨਾ ਕੋਕਰ, ਜੇ ਉਹ 5 ਬੰਦਿਆਂ ਨੂੰ ਪੰਜਾਬ ਬਾਰੇ ਪਤਾ ਹੀ ਨਹੀਂ ਹੈਗਾ ਤੇ ਉੱਥੇ ਜਾ ਕੇ ਐਡਵੋਕੇਸੀ ਕੀ ਕਰਨਗੇ। ਸੋ ਇਸ ਕਰਕੇ ਉਹਨਾਂ ਨੇ ਪੰਜਾਬ ਨੂੰ ਸੈਕਰੀਫਾਈਸ ਕਰਕੇ ਕੀ ਪਤਾ ਕਿਹੜੇ ਚੀਜ਼ਾਂ ਚੁੱਕ ਕੇ ਤੇ ਉਹਨਾਂ ਨੇ 5 ਬੰਦੇ ਸਿਲੈਕਟ ਕੀਤੇ ਨੇ। ਸੋ ਉਸ ਪਾਸੇ ਅਸੀਂ ਨਾ ਜਾਂਦੇ। ਇਸ ਕਰਕੇ ਅਸੀਂ ਸਮਝਦੇ ਹਾਂ ਕਿ ਆਮ ਆਦਮੀ ਪਾਰਟੀ ਜਿਹੜੀ ਆ, ਇਟ ਇਜ਼ ਆਲਸੋ ਏ ਪੋਲੀਟੀਕਲ ਪਾਰਟੀ ਲਾਈਕ ਐਨੀ ਅਦਰ ਪਾਰਟੀ। ਉਹਦੇ ਤੋਂ ਜ਼ਿਆਦਾ ਐਕਸਪੈਕਟੇਸ਼ਨ ਰੱਖਣੀ ਕੋਈ ਏਡੀ ਵਧੀਆ ਗੱਲ ਨਹੀਂ ਹੈਗੀ। ਮਗਰ ਇਹ ਵਕਤ ਦੱਸੇਗਾ ਕਿ ਕੀ ਉਹ ਪੰਜਾਬ 'ਚ ਬਦਲਾਵ ਲਿਆ ਸਕਦੇ ਜਿਹੜਾ ਅਸੀਂ ਚਾਹੁੰਦੇ ਹਾਂ। ਨਹੀਂ ਤੇ ਜਿਹੜੇ ਸੋਸ਼ਲ ਆਰਗੇਨਾਈਜੇਸ਼ਨ ਜਿੱਦਾਂ ਵਾਰਿਸ ਪੰਜਾਬ ਆ ਤੇ ਹੋਰ ਖੜੇ ਹੁੰਦੇ ਪਏ ਨੇ, ਉਹ ਹੋ ਸਕਦਾ ਉਹ ਜਿਹੜੀ ਸਪੇਸ ਆਮ ਆਦਮੀ ਪਾਰਟੀ ਵਕੇਟ ਕਰਨਗੇ ਜਾਂ ਦੂਜੀਆਂ ਪੋਲੀਟੀਕਲ ਪਾਰਟੀਜ਼ ਵਕੇਟ ਕਰਨਗੀਆਂ, ਇਹ ਸਪੇਸ ਵਾਰਿਸ ਪੰਜਾਬ ਤੇ ਹੋਰ ਆਰਗੇਨਾਈਜੇਸ਼ਨ ਉਹਨੂੰ ਆਕੂਪਾਈ ਕਰਨ ਕੱਲ੍ਹ ਦੇ ਦਿਨਾਂ ਦੇ ਵਿੱਚ। ਸੋ ਇਹ ਕਹਿੰਦੇ ਹੋਇਆ ਮੈਂ ਤੁਹਾਡੇ ਕੋਲੋਂ ਛੁੱਟੀ ਲੈਣਾ ਆ। ਲੂੰਬਾ ਜੀ ਬਹੁਤ ਬਹੁਤ ਸ਼ੁਕਰੀਆ ਆਉਂਦਾ ਸ਼ੋਅ ਦੇ ਉੱਤੇ, ਤੇ ਕਲਸੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਐਂਡ ਥੈਂਕ ਯੂ ਵੈਰੀ ਮੱਚ। ਥੈਂਕ ਯੂ।